सतनाम वाहिगुरु साहिब जीओ। गुर कै शब्द आराधीऐ, गुर कै शब्द आराधीऐ। नाम रंग बैराग, जीते पंच बैराइया। नानक सफल मारू इहो राग। जा मूँह एक तां लख, तौ जिति पिन्ने दर कितड़े। बामण बिरथा गयो जन्म, जिन कीतो सो विसरे। सोरठ सोरस पीजिए, कबहूँ ना फीका होए। नानक राम नाम गुण गाइए, दरगाह निर्मल सोए। सोरठ सोरस पीजिए, कबहूँ ना फीका होए। नानक राम नाम गुण गाइए, दरगाह निर्मल सोए। वाहिगुरु जी का खालसा, वाहिगुरु जी की फतेह। परम सन्मान योग साहिब श्री गुरु ग्रंथ साहिब सच्चे पातशाह महाराज जी दी पावन पवित्र खाजूरी अंदर संध्या दे ये विशेष गुरमत दीवान जो सन्मान योग धन बाबा बुढ़ा साहिब जी दी याद नूं समर्पित ने। अंमृत गुरबाणी दा कीर्तन आप जी ने भाई साहब जी तो सरवण कीता। पंजवें गुरदेव दे 2 श्लोकां दा पाठ और विचार कल तक आपां कर चुके हाँ। इस तो अगले जिहड़े 3 श्लोक ने इन्हां दा पाठ आप जी ने सरवण कीता है। ऊपर स्क्रीन ते ये श्लोक इस करके संगत दी सेवा च असी हाज़र करने हाँ कि तां जो साडा मकसद है गुरबाणी दे शब्द अर्थ जरूर समझ पैण कि आखरी अर्थ की ने, ते वो तां समझ पैणगे जे सामने शब्द होवेगा। इन्हां 3 शब्दां दा श्लोकां दा प्रकरण विशा भावें वख-वख है। आपां निर्धारित दिनां विच इस 22 श्लोकां दी संपूर्णता करनी है। आओ एक एक श्लोक दे आखरी अर्थ और उस दे भाव अर्थ ते गुरु ग्रंथ साहिब दे शब्द दी रोशनी विच आपां विचार कर सकीए। आप जितने सतगुरु दे दरबार विच हाजिर हो
ਜਾਂ ਆਪ ਫੇਸਬੁੱਕ ਰਾਹੀਂ ਭਾਵੇਂ ਦੇਸ਼ ਵਿਦੇਸ਼ ਵਿੱਚ ਬੈਠੇ ਆਪਣੇ ਘਰਾਂ ਵਿੱਚ ਵੀ ਇਸ ਗੁਰਮਤਿ ਸਮਾਗਮ ਨੂੰ ਦੇਖ ਸੁਣ ਰਹੇ ਹੋ, ਕਰੋ ਕਿਰਪਾ ਸਾਧ ਸੰਗਤ, ਆਪ ਜੀ ਅਸੀਸ ਬਖਸ਼ੋ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਨੇ ਵਿਚਾਰ ਅਧੀਨ ਜੋ ਅੱਜ ਪਹਿਲਾ ਸ਼ਲੋਕ ਹੈ, ਇਸ ਦੇ ਅੱਖਰੀ ਅਰਥ ਗੁਰ ਕੈ ਸ਼ਬਦ ਆਰਾਧੀ ਹੈ, ਨਾਮ ਰੰਗ ਬੈਰਾਗ। ਪਹਿਲੀ ਬੇਨਤੀ, ਅਸੀਂ ਸ਼ਬਦ ਗੁਰੂ ਉਚਾਰਨ ਨਹੀਂ ਕਰਨਾ, ਗੁਰ ਹੀ ਉਚਾਰਨ ਕਰਨਾ ਹੈ। ਅਰਥ ਵੈਸੇ ਦੇ ਗੁਰੂ ਹੀ ਹੋਣਗੇ। ਅਰਥ ਭਾਵੇਂ ਸਤਿਗੁਰੂ ਕਰ ਲਈਏ, ਗੁਰੂ ਮਹਾਰਾਜ ਕਰ ਲਈਏ, ਉਹ ਅਸੀਂ ਸਤਿਕਾਰਯੋਗ ਸ਼ਬਦਾਵਲੀ ਕਥਾ ਵਿਚਾਰ ਵਿੱਚ ਵਰਤ ਸਕਨੇ। ਗੁਰ ਕੈ, ਪਾਠ ਕੇ ਨਹੀਂ, ਕੈ ਹੈ। ਕੈ ਦਾ ਅਰਥ ਕਰਾਂਗੇ ਦੇ, ਇਹਦਾ ਅਰਥ ਹੋ ਗਿਆ ਗੁਰੂ ਦੇ ਜਾਂ ਗੁਰੂ ਦਾ। ਸ਼ਬਦ, ਸ਼ਬਦ ਦਾ ਲਫ਼ਜ਼ੀ ਅਰਥ ਵੈਸੇ ਬਾਣੀ 'ਚ ਬਹੁਤ ਨੇ ਜੀ। ਆਪ ਜੀ ਦੀ ਜਾਣਕਾਰੀ ਲਈ ਉਚਾਰਨ ਇੱਕ ਹੈ, ਪਰ ਗੁਰੂ ਗ੍ਰੰਥ ਸਾਹਿਬ 'ਚ ਹਰ ਥਾਂ ਤੇ ਸ਼ਬਦ ਦੇ ਅਰਥ ਇੱਕ ਨਹੀਂ। ਦਾਸ ਨੇ ਇੱਕ ਵਾਰ ਅਰਜ਼ ਵੀ ਕੀਤੀ ਸੀ, ਨੂੰ ਰਿਪੀਟ ਕਰ ਦੇਵੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਵੀ ਸ਼ਬਦ ਜਿਹੜਾ ਹੈ, ਜਿੰਨੀ ਦੇਰ ਤੱਕ ਤੁਸੀਂ ਪੂਰੀ ਤੁਕ ਨਹੀਂ ਬੋਲੋਗੇ ਉਹ ਸ਼ਬਦ ਕਿਸ ਥਾਂ ਤੇ ਵਰਤਿਆ ਗਿਆ, ਉਨੀ ਦੇਰ ਤੱਕ ਕੋਈ ਵਿਚਾਰਵਾਨ ਤੁਹਾਨੂੰ ਉੱਤਰ ਨਹੀਂ ਦੇ ਸਕੇਗਾ। ਕਿਉਂਕਿ ਬਹੁਤ ਸ਼ਬਦ ਐਸੇ ਨੇ ਜਿਨ੍ਹਾਂ ਦਾ ਉਚਾਰਨ ਇੱਕੋ ਹੈ, ਉਹਨਾਂ ਦੀ ਬਣਤਰ ਇੱਕੋ ਹੈ, ਪਰ ਉਹਨਾਂ ਦੇ ਅਰਥ ਇੱਕ ਨਹੀਂ। ਜਿਵੇਂ ਹੁਣ ਸ਼ਬਦ ਆਇਆ ਮਹਾਰਾਜ ਜੀ ਦਾ ਗੁਰ ਕੈ ਸ਼ਬਦ, ਦਾਸ ਬੇਨਤੀ ਕਰੇ ਜੀ, ਸ਼ਬਦ ਦਾ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਹੁਕਮ ਆਇਆ। ਥੋੜੇ ਜਿਹੇ ਮੈਂ ਬੇਨਤੀ ਕਰ ਦੇਣਾ, ਸਾਰੇ ਨਹੀਂ ਹੋ ਸਕਣੇ, ਬੇਅੰਤ ਸ਼ਬਦ ਦੇ ਅਰਥ ਨੇ। ਅਸੀਂ ਇੱਕ ਪਾਠ ਕਰਨੇ ਆ, ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਉੱਥੇ ਸ਼ਬਦ ਦਾ ਅਰਥ ਹੁਕਮ ਕਰਾਂਗੇ। ਇੱਕ ਮਹਾਰਾਜ ਜੀ ਦਾ ਬਚਨ ਹੁੰਦਾ, ਉਤਪਤ ਪਰਲੋ ਸ਼ਬਦੇ ਹੋਵੇ। ਉਹ ਸ਼ਬਦ ਦਾ ਅਰਥ ਅਸੀਂ ਪਰਮਾਤਮਾ ਕਰਾਂਗੇ। ਆਪ ਰੋਜ਼ ਇੱਕ ਪਾਠ ਕਰਦੇ ਹੋ, ਅਨਹਤਾ ਸ਼ਬਦ ਵਾ ਜੰਤ ਭੇਰੀ। ਉਸ ਸ਼ਬਦ ਦਾ ਅਰਥ ਹੈ ਨਾਦ ਧੁਨੀ, ਅਨਹਤ ਨਾਦ। ਜਦੋਂ ਆਪ ਪਾਠ ਕਰਦੇ ਹੋ, ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਉਹਦਾ ਅਰਥ ਨਾ ਹੁਕਮ ਨਾ ਨਾਦ, ਉਹਦਾ ਸਿੱਧਾ ਅਰਥ ਹੈ ਗੁਰੂ ਕੀ ਬਾਣੀ। ਸਿੱਖੋ ਸ਼ਬਦ ਪਿਆਰਿਓ। ਇਸੇ ਤਰ੍ਹਾਂ ਪਾਠ ਵਿੱਚ ਇੱਕ ਕਰਨੇ ਆ ਕਿ ਕਰ ਕਿਰਪਾ ਕਿਲ ਵੀ ਕੱਟੈ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ। ਉੱਥੇ ਸ਼ਬਦ ਦਾ ਅਰਥ ਹੈ ਮੁਖ ਦੇ ਬੋਲ। ਜਪਜੀ ਸਾਹਿਬ ਵੀ ਜਦੋਂ ਆਪ ਇਹ ਪਾਠ ਕਰਦੇ ਹੋ ਕਿ ਘੜੀਐ ਸ਼ਬਦ ਸੱਚੀ ਟਕਸਾਲ, ਉੱਥੇ ਸ਼ਬਦ ਦਾ ਲਫ਼ਜ਼ੀ ਅਰਥ ਕਰਾਂਗੇ ਜੀਵਨ। ਮੈਂ ਇਸ ਕਰਕੇ ਬੇਨਤੀ ਕੀਤੀ ਵੀ ਇਸ ਗੱਲ ਨੂੰ ਸਿਰਫ ਇੱਕ ਇਸ਼ਾਰੇ ਮਾਤਰ ਅਰਜ਼ ਕਰ ਲੱਗਾ। ਇੱਥੇ ਹੈ ਗੁਰ ਕੈ ਸ਼ਬਦ, ਦੱਦੇ ਨੂੰ ਸਿਹਾਰੀ ਲੱਗੀ ਹੈ। ਇਹ ਅਰਥ ਕਰ ਰਿਹਾ ਗੁਰੂ ਦੇ ਸ਼ਬਦ ਰਾਹੀਂ, ਜਾਂ ਇਉਂ ਕਹਿ ਲਓ ਗੁਰੂ ਦੇ ਸ਼ਬਦ ਦੁਆਰਾ। ਕਿਉਂਕਿ ਦਾਸ ਫਿਰ ਅਰਜ਼ ਕਰੇਗਾ, ਜਿਹੜੀ ਵੀ ਬਾਣੀ ਆਪਾਂ ਵਿਚਾਰਾਂਗੇ ਪਹਿਲਾਂ ਲਾਜ਼ਮੀ ਹੈ ਕਿ ਉਹਦੇ ਅੱਖਰੀ ਅਰਥ ਕੀਤੇ ਜਾਣ, ਤਾਂ ਜੋ ਸਾਨੂੰ ਸਮਝ ਰਹੇ ਵੀ ਸਾਡੀ ਵਿਚਾਰ ਦਾ ਮਰਕਜ਼ ਕੀ ਹੈ, ਅਸੀਂ ਕੀ ਬੋਲ ਰਹੇ ਹਾਂ। ਇਹਦਾ ਅਰਥ ਗੁਰੂ ਦਾ ਸ਼ਬਦ, ਗੁਰ ਕੈ ਸ਼ਬਦ ਆਰਾਧਿਐ। ਆਰਾਧਿਐ ਦਾ ਲਫ਼ਜ਼ੀ ਅਰਥ ਹੈ ਸਿਮਰਨਾ, ਆਰਾਧਨਾ। ਗੁਰੂ ਦੇ ਸ਼ਬਦ ਰਾਹੀਂ ਉਸ ਪਰਮਾਤਮਾ ਦੀ ਆਰਾਧਨਾ ਕਰਨੀ। ਅਗਲਾ ਸ਼ਬਦ ਜੀ ਨਾਮ, ਨਾਮ ਦੇ ਮੰਮੇ ਨੂੰ ਸਿਹਾਰੀ ਲੱਗੀ ਹੈ। ਇਹਦਾ ਅਰਥ ਪਰਮਾਤਮਾ ਦੇ ਨਾਮ ਰਾਹੀਂ। ਅੱਗੇ ਹੈ ਰੰਗ,
रंग दे घग्गे नूं सिहारी लगी है। इत्थे रंग दा अर्थ करांगे प्रेम विच। गुर कै शब्द आराधी है, गुरु दे शब्द राही उस परमात्मा की आराधना कर। हुण मैं लफ्ज परमात्मा अपने कोलों ला रहा क्योंकि अर्थ कर ली ये जरूरी है। गुर कै शब्द आराधी है, गुरु दे शब्द राही उस पार ब्रह्म का सिमरन कर। नाम, नाम राही, नाम द्वारा। रंग का अर्थ प्रेम विच। बैराग, बैराग का अर्थ है उपरामता। ਇਹਦਾ मतलब बंधन तो छुट जाना। गुरु दे शब्द राही परमात्मा नूं सिमर, बाणी राही ओदी आराधना कर। नाम राही तेरे अंदर प्रेम पैदा होवेगा ते प्रेम भी जदों भिजेगा सच एवे उदों तेरे अंदर वासना दे प्रति उपरामता पैदा हो जाएगी। बड़ा सोहना ही तरीका दस्या जी वासना तो किवें मुक्त होवे। गुर कै शब्द आराधी है, नाम रंग बैराग। अगला बचन है जीते पंच बैराइया। जीते का अर्थ है जित लेने। पंच का लफ्जी अर्थ आप सारे जानने पंज। उस वैसे पंच शब्द जिहड़ा ये अर्थ एक जगह किए गए ने खुला होया। जदों आप करने पंच शब्द इत्थे ही वरत्या जाता है। उन श्रीमान भाई साहब भाई वीर सिंह हुणां ने जदों पंच प्रवान पंच प्रधान वाली पौड़ी दे जपजी साहिब विच अर्थ कीते, मैनूं कुदरती तौर पर याद आ गया। उन्होंने पिछलियां पौड़ियां विचों जिहड़ियां पंज बख्शां वरतियां उन्हां नूं मनण वाले नूं पंच किया। जिवें हुक्म रजाई चलना, गावीए सुणीए मन रखीए भाओ। चारों है जी, गाउणा सुनना ते अंदर प्रेम। ते पंजवां शब्द वरत्या मन्ने। वो कहते ने जिहड़ा रजा भी चलता है, गाउंदा है, सुनता है, भावना जिहदे विच पैदा हो गई, जिन्हें सत वचन करके मान लिया वो ही पंच है। वो पंच प्रवान उन्हें शब्द वरत्या। पर इत्थे अरजदास करेगा, इत्थे पंच का सीधा अर्थ पंच प्रवान नहीं। इत्थे पंच का अर्थ है पंज जिहड़े वकार ने, जिन्होंने असी काम क्रोध लोभ मोह अहंकार कहने। ये पंज मेन ने। इन्हां पंजां दा परिवार बड़ा वड्डा है जी, पुछो कुछ ना। इन्हां पंजां दे परिवार की गिनती नहीं हो सकती। क्रोध दा परिवार बड़ा वड्डा है, हंकार दा परिवार बड़ा वड्डा है। खैर मैं सिर्फ बेनती करांगा, इत्थे जीते पंच बैराइया। मेरा ख्याल इत्थे बिंदे सहत पाठ नहीं। बैराइया अर्थ करांगे तो बुराइयां वाल हो जाएगा। बैराइया दा अर्थ है वैरी, दुश्मन। ये पंजे वैरी जित ले। नानक सफल मारू एह राख। गुरु अर्जन साहब बख्शर कर रहा सफल, यदा अर्थ के मुकम्मल कह लो, फतेहयाबी कह लो। मारू इत्थे मैं थोड़ी जी अर्ज करांगा क्योंकि अर्थां विच कोई दावा नहीं। आप बाणी पढ़न वाले बैठे हो, सच एवे मैं हजूर दी हजूरी विच कहना, तुसी किसे टीके ते हाथ रख के ये नहीं कह सकोगे गुरबाणी दे मुकम्मल अर्थ कर गया है। जो इन्हें अर्थ किए ने बर आखिरी सच है, क्योंकि इस गल नूं असीं कहण तो संकोच ने। हुण इत्थे जदों आया सफल मारू ए राग, प्रोफैसर साहब सिंह ने दे अर्थ राग नहीं लए। उन्होंने मारू का लफ्जी अर्थ कर दिता मार मुकाण वाली दवाई। सफल मारू ए राग, एदा अर्थ ए, ते राग का अर्थ कर दिता प्रेम का हुलारा। अंदर हुलारा आया, राग का अर्थ हुलारा कर दिता। पता नहीं क्यों किस ढंग नाल बाकी जितने टीकाकार ने, फरीदकोट वाले ज्ञानी हरबंस सिंह हुणा इत्थों तक कि जिहड़े अपने शब्दार्थ टीकाकार ने, उन्होंने अर्थ ये नहीं किए। वो कहते ने मारू राग असल च जित का राग है। मारू राग कहते तू मारू गा रहा है, यदा मतलब मारू दियां सुरां विच तू गाउना है। असल विच तेरा मारू राग गाया उदों ही सफल होवेगा जदों गुरु दे शब्द ते नाम विच भेज के अपने पंजां वकारां उत्ते फतेह पा लाएगा। ये अर्थ वाकई टुकणगे जी। जे हुण मारू, फिर मेरे मन च आया जी मारू दे अर्थ बाणी च की आउंदे। एक तां मारू राग हुंदा, चलो जिवें आ गया असी मारू राग पढ़ने, मारू महला पहला। तो ये भी दास ने एक दिन बेनती की सी जी कि मारू राग जिहड़ा है
ਉਹ ਸ਼ਲੋਕ ਤੋਂ ਸ਼ੁਰੂ ਹੁੰਦਾ। ਉਦਣ ਅਸੀਂ ਵੇਖਿਆ ਸੀ ਕਿ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦਧੂਰ, ਨਾਨਕ ਸ਼ਰਨ ਤੁਹਾਰੀਆ ਪੇਖੂ ਸਦਾ ਹਜ਼ੂਰ। ਉਸ ਤੋਂ ਅੱਗੇ ਹੁੰਦਾ ਸੱਸਾ ਬੱਬਾ ਤੇ ਦੱਦਾ ਸ਼ਬਦ, ਉਹ ਹੁੰਦਾ ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾਲੇ। ਇੱਕ ਤਾਂ ਮਾਰੂ ਰਾਗ ਹੈ। ਉਂਝ ਵੈਸੇ ਗੁਰੂ ਘਰ ਵਿੱਚ ਜਿਤਨੀ ਅਸੀਂ ਹਿਸਟਰੀ ਪੜ੍ਹਨੇ ਆ, ਜਦੋਂ ਵੀ ਕੋਈ ਗੁਰਮੁਖ ਪਿਆਰਾ ਚਲਾਣਾ ਕਰਦਾ ਹੈ ਤੇ ਮਹਾਰਾਜ ਕਹਿੰਦੇ ਸਨ ਮਾਰੂ ਰਾਗ ਵੀ ਸ਼ਬਦ ਗਾਓ। ਇਹ ਚਲਾਣੇ ਤੋਂ ਬਾਅਦ ਮਾਰੂ ਰਾਗ ਗਾਇਆ ਜਾਂਦਾ ਸੀ ਜੀ ਗੁਰੂ ਘਰ 'ਚ। ਹੁਣ ਇੱਥੇ ਜਿਹੜਾ ਮਾਰੂ ਹੈ, ਮਾਰੂ ਦਾ ਅਰਥ, ਇਹ ਦਾਸ ਨੇ ਮਾਰ ਮੁਕਾਉਣ ਵਾਲਾ ਨਹੀਂ ਕਿਤੇ ਪੜ੍ਹਿਆ। ਹਾਂ, ਜੇ ਤੁਸੀਂ ਪੜ੍ਹਿਆ ਮੈਨੂੰ ਜ਼ਰੂਰ ਦੱਸਿਓ। ਇਹ ਨਹੀਂ ਕਿ ਆਪਾਂ, ਮੈਂ ਕੱਲ੍ਹ ਵੀ ਕਿਹਾ ਕਿ ਸਟੇਜ 'ਤੇ ਆਪਾਂ ਬੋਲਨੇ ਆ ਪਰ ਸੰਗਤ ਵਿੱਚ ਬਹੁਤ ਸੁਗੜ ਬੈਠੇ ਹੁੰਦੇ ਆ ਸੱਜਣ। ਹੁਣ ਇੱਥੇ ਸ਼ਬਦ ਹੈ ਮਾਰੂ। ਇੱਕ ਤਾਂ ਬਾਣੀ ਵਿੱਚ ਮਾਰੂ ਦਾ ਅਰਥ ਹੈ ਮਾਰੂ ਥਲ, ਇੱਕ ਮਾਰੂ ਦਾ ਅਰਥ ਆਇਆ ਜੰਗਲ। ਮਾਰੂ ਮੀਂਹ ਨਾ ਤ੍ਰਿਪਤਿਆ, ਉੱਥੇ ਮਾਰੂ ਦਾ ਲਫ਼ਜ਼ੀ ਅਰਥ ਹੈ ਮਾਰੂ ਥਲ, ਰੇਤੇ ਵਾਲੀ ਜ਼ਮੀਨ। ਇੱਕ ਬਚਨ ਹੁੰਦਾ ਮਾਰੂ ਮਾਰਨ ਜੋਗ ਹੈ, ਉੱਥੇ ਮਾਰੂ ਦਾ ਅਰਥ ਰੇਤਾ ਨਹੀਂ ਨਾ ਰਾਗ, ਉੱਥੇ ਮਾਰੂ ਦਾ ਅਰਥ ਹੈ ਬਨ ਖੰਡ, ਜੰਗਲ ਵਿੱਚ। ਇੱਥੇ ਜਿਹੜਾ ਮਾਰੂ ਸ਼ਬਦ ਹੈ ਇਹਦੇ ਅਰਥ ਰਾਗ ਨਾਲ ਹੀ ਕਰਾਂਗੇ ਤੇ ਬਹੁਤ ਸੋਹਣੇ ਢੁਕਣਗੇ, ਕਿਉਂਕਿ ਜਦੋਂ ਕੋਈ ਜਿੱਤਦਾ ਹੈ ਮਾਰੂ ਰਾਗ ਗਾਇਆ ਜਾਂਦਾ ਹੈ। ਹਜ਼ੂਰ ਨੇ ਬਚਨ ਕੀਤੇ ਜੀਤੇ ਪੰਚ ਬੈਰਾਈਆ, ਨਾਨਕ ਸਫਲ ਮਾਰੂ ਇਹ ਰਾਗ। ਕਹਿੰਦੇ ਅਸਲ 'ਚ ਇਹ ਸਫਲ ਮਾਰੂ ਹੈ ਗਾਉਣਾ, ਇਹ ਸਫਲਤਾ ਹੈ ਰਾਗ ਦੇ ਗਾਉਣ ਦੀ। ਕਿਉਂ ਕਿ ਰਾਗ ਗਾਉਣ ਵਾਲਿਆ ਤੂੰ ਗੁਰੂ ਦੇ ਪ੍ਰੇਮ 'ਚ ਭਿੱਜ ਕੇ ਆਪਣੇ ਪੰਜਾਂ ਵੈਰੀਆਂ ਨੂੰ ਜਿੱਤ ਲਵੇਂ ਤਾਂ ਫਿਰ ਸਵਾਦ ਆ ਜਾਏਗਾ ਮਾਰੂ ਗਾਏ ਦਾ। ਇਹ ਨਹੀਂ ਜੀ ਇਸ ਸ਼ਲੋਕ ਦੇ ਅੱਖਰੀ ਅਰਥ। ਹੁਣ ਆਪਾਂ ਇਸ ਦੀ ਕਰਨੀ ਵਿਚਾਰ। ਹਜ਼ੂਰ ਨੇ ਪਹਿਲਾ ਬਚਨ ਕਿਹਾ ਗੁਰ ਕੈ ਸ਼ਬਦ ਆਰਾਧੀ ਹੈ। ਪਹਿਲਾਂ ਮੇਰੇ ਤੋਂ ਪਾਠ ਐੜੇ ਨੂੰ ਕੰਨਾ ਲੱਗ ਗਿਆ ਸੀ ਆਰਾਧੀ ਹੈ, ਪਰ ਕੰਨਾ ਨਹੀਂ ਲੱਗਾ। ਗੁਰ ਕੈ ਸ਼ਬਦ ਆਰਾਧੀ ਹੈ, ਗੁਰੂ ਦੇ ਸ਼ਬਦ ਰਾਹੀਂ ਉਹਦੀ ਆਰਾਧਨਾ ਕਰ। ਹੁਣ ਸ਼ਬਦ ਰਾਹੀਂ ਜਦੋਂ ਆਪਾਂ ਗੱਲ ਚੱਲੇਗੀ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੱਲ ਸਾਡਾ ਧਿਆਨ ਜਾਏਗਾ। ਅਗਲੀ ਗੱਲ ਬੜਾ ਸੋਹਣਾ ਅੱਜ ਮਹਾਰਾਜ ਨੇ ਉੱਤਰ ਦਿੱਤਾ ਜੀ। ਬੰਦਾ ਚਾਹੁੰਦਾ ਮੈਂ ਕਾਮ ਤੋਂ ਕਿਵੇਂ ਬਚਾਂ, ਕ੍ਰੋਧ ਤੋਂ ਕਿਵੇਂ ਬਚਾਂ, ਲੋਭ ਤੋਂ ਕਿਵੇਂ ਬਚਾਂ। ਸੱਚ ਇਹ ਵੇ ਬਚਨ ਵਾਲੇ ਵੀ ਬੜੇ ਨੇ ਤੇ ਇਸ ਅੱਗ ਨੂੰ ਹੋਰ ਭੜਕਾਉਣ ਵਾਲੇ ਵੀ ਲੋਕ ਬੜੇ ਆਤੁਰ ਦੇਖੇ ਜਾਂਦੇ ਆ। ਸਮਾਜ ਵੀ ਦੋਨੋਂ ਚੀਜ਼ਾਂ ਨੇ ਜੀ। ਇਸ ਵਾਸ਼ਨਾ ਨੂੰ ਪਰਬਲ ਕਰਨ ਲਈ ਵੀ ਲੋਕ ਅਨੇਕਾਂ ਥਾਵਾਂ ਤੇ ਧੱਕੇ ਖਾਂਦੇ ਆ ਤੇ ਕੁਝ ਐਸੇ ਨੇ ਜਿਹੜੇ ਚਾਹੁੰਦੇ ਨੇ ਕਿ ਨਾਮ ਵਿੱਚ ਚਿੱਤ ਜੁੜ ਜਾਏ, ਇਸ ਵਾਸ਼ਨਾ ਤੋਂ ਮੁਕਤ ਹੋ ਜਾਏ। ਮਹਾਰਾਜ ਨੇ ਉਹਨਾਂ ਨੂੰ ਅੱਜ ਤਰੀਕਾ ਦੱਸਿਆ ਜੀ। ਪਹਿਲਾ ਤਰੀਕਾ ਦੱਸਿਆ ਵੀ ਗੁਰੂ ਦੇ ਸ਼ਬਦ ਦੀ ਆਰਾਧਨਾ ਕਰ। ਦੂਸਰੀ ਗੱਲ ਕਹੀਏ ਨਾਮ, ਪਰਮਾਤਮਾ ਦਾ ਸਿਮਰਨ। ਤੀਸਰਾ ਸ਼ਬਦ ਵਰਤਿਆ ਪ੍ਰੇਮ। ਇਹਦਾ ਸਿੱਧਾ ਜਿਹਾ ਅਰਥ ਹੋ ਗਿਆ ਕਿ ਜਦੋਂ ਤੇਰਾ ਬਾਣੀ ਤੇ ਨਾਮ ਵਿੱਚ ਪ੍ਰੇਮ ਬਣ ਜਾਏਗਾ, ਸੱਚ ਇਹ ਵੇ ਕੁਦਰਤੀ ਤੌਰ ਤੇ ਤੇਰੇ ਅੰਦਰ ਇਸ ਵਿਸ਼ਿਆਂ ਦੇ ਪ੍ਰਤੀ ਉਪਰਾਮਤਾ ਪੈਦਾ ਸ਼ੁਰੂ ਹੋ ਜਾਏਗੀ। ਇੱਥੇ ਮੈਂ ਆਪ ਜੀ ਨੂੰ ਇੱਕ ਉਦਾਹਰਨ ਦੇ ਜਾਣਾ ਇਤਿਹਾਸਕ ਘਟਨਾ ਤੋਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਬੋ ਕੀ ਤਲਵੰਡੀ ਗਏ ਆ, ਤਖਤ ਸ੍ਰੀ ਦਮਦਮਾ ਸਾਹਿਬ, ਤੇ ਇਸ ਘਟਨਾ ਦਾ ਜ਼ਿਕਰ ਅਸਲ 'ਚ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੇ ਕੀਤਾ ਹੈ। ਤੇ ਗੱਲ ਆਪ ਜੀ ਸਮਝਿਓ ਥੋੜ੍ਹੀ ਜਿਹੀ ਤਵੱਜੋ ਦੇ ਕੇ। ਇਸ ਵਿੱਚ ਇੱਕ ਤਾਂ ਉਹਨਾਂ ਨੇ ਅਰਥ ਕੀਤੇ ਸਨ ਕਿ ਵਾਹਿਗੁਰੂ ਜੀ ਕਾ ਖਾਲਸਾ ਕੀ ਹੈ। ਦੂਜੀ ਗੱਲ ਚੱਲੀ ਉੱਥੇ ਜਵਾਨਾਂ ਦੀ। ਜਦੋਂ ਡੱਲੇ ਦੇ ਆਦਮੀ ਦਰਅਸਲ ਸਾਹਮਣੇ ਆਉਣ ਤੋਂ ਕੰਨੀ ਕਤਰਾ ਗਏ, ਜਿੱਥੇ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਦੋਨੋਂ ਦਸਤਾਰ ਸਜਾ ਰਹੇ ਸਨ। ਡੱਲੇ ਨੇ ਵਾਰ-ਵਾਰ ਇਹ ਜਦੋਂ ਕਿਹਾ ਕਿ ਮਹਾਰਾਜ ਤੁਸੀਂ ਮੈਨੂੰ ਯਾਦ ਕਰਦੇ, ਮੇਰੇ ਫੌਜੀ ਮੈਨੂੰ ਯਾਦ ਕਰਦੇ, ਆ ਕੁਝ ਹੁੰਦਾ ਹੀ ਨਾ। ਉਸ ਵਕਤ ਹਜ਼ੂਰ ਨੇ ਉਸ ਦੀ ਖੌਮੇ ਨੂੰ ਖਤਮ ਕਰ ਲਈ ਤੇ ਉਹਦੇ ਸਿਪਾਹੀਆਂ ਅੰਦਰ ਵੀ ਜਿਹੜੀ ਬਹਾਦਰੀ ਦੀ ਇਗੋਖ ਹੈ ਉਹਨੂੰ ਵੀ ਮਿਟਾਉਣ ਦੇ ਲਈ ਮਹਾਰਾਜ ਜੀ ਨੇ ਕਿਹਾ ਲੈ ਬੰਦੂਕ ਆਈਏ, ਅਸੀਂ ਨਿਸ਼ਾਨਾ ਪਰਖਣਾ, ਆਪਣਾ ਕੋਈ ਆਦਮੀ ਭੇਜ। ਉਹ ਸਾਰਿਆਂ ਕੋਲ ਗਿਆ। ਫੌਜੀਆਂ ਨੇ, ਸਿਪਾਹੀਆਂ ਨੇ ਜਵਾਬ ਦੇ ਦਿੱਤਾ ਕਿਸੇ ਮੈਦਾਨੇ ਜੰਗ ਵਿੱਚ ਲਿਜਾਏ ਅਸੀਂ ਲੜ ਮਰੀਏ। ਇਹ ਕਿਹੜਾ ਤਰੀਕਾ ਹੈ ਕਿ ਅੱਗੇ ਬਗੈਰ ਮਤਲਬ ਤੋਂ ਬੰਦੂਕ ਦੀ ਪਰਖ ਦੇ ਲਈ, ਬੰਦੂਕ ਦੇ ਗੋਲੀ ਪਰਖਣ ਲਈ ਬੰਦਾ ਮਰਵਾ ਦਈਏ। ਡੱਲਾ ਆ ਗਿਆ ਵਾਪਸ। ਮਹਾਰਾਜ ਕਹਿੰਦੇ ਨੇ ਆਏ ਕੋਈ ਨਹੀਂ, ਕਹਿੰਦੇ ਨੇ ਉਹ ਅਕਾਰਨ ਨਹੀਂ ਮਰਨਾ ਚਾਹੁੰਦੇ। ਮਹਾਰਾਜ ਨੇ ਕਿਹਾ ਉਹ ਧੀਰ ਸਿੰਘ ਤੇ ਵੀਰ ਸਿੰਘ ਨੂੰ ਆਵਾਜ਼ ਮਾਰ।
दस्तार बन्नदे पए सन। आवाज़ मारी तो इन्ने ही शब्द कहा कि गुरु गोबिंद सिंह जी ने बंदूक दी गोली परखनी है, हाथ च दस्तारां दे पल्ले पकड़ के दोनों अगे आ गए, एक दूजे तो पैर चुक चुक के, पब्बां भार खलो के, अड्डियां चुक के आवाज़ देन, महाराज पहला मैनू आवाज़ पई, दूजा कहंदा पहला मैनू आवाज़ पई। गुरु गोबिंद सिंह हस के कहंदे डलिया चेते रखी, बहादुर तेरे भी बड़े ने, जिहड़े चमकौर भी शहीद होए इहो जिहे बहादुर सन। वो हुक्म ते मरन वाले सन, हुक्म ते सत बचन करन वाले सन। उत्थे फिर गल चली जिहड़ी बेनती करा, उत्थे उन्हें कहा महाराज ये इन्हां च किवें बहादुरी पैदा हो गई। सतगुरु बचन करदे आ, सुनियो, कहन लगे तेरे सिपाही डर क्यों गए, सामने कुछ भी नहीं सी उन्हां दे। हजूर कहंदे असी इंज मालूम करने आ कि साडा शरीर बड़ा वड्डा है, असी कहने साडा शरीर बहुत वड्डा, पर गुरु साहब कहंदे नहीं डलिया, शरीर तो वड्डा साडा मन है, शरीर वड्डा नहीं, शरीर तो वड्डा साडा मन है। अगला शब्द उन्हें जिहड़ा वरतिया प्रोफैसर साहब ने, कहन लगे डलिया कि मन तो वड्डा साडा ख्याल है, ख्याल विच ही डर भय बहादुरी दुख सुख मान अपमान सब कुछ ख्याल विच है। जदों ख्याल नूं जित्तिया जाए तो बंदा अंदर नूं जित जाता है। इस शब्द नूं फिर मैं रिपीट करांगा, मन अज क्यों मैं बेनती की, क्योंकि वो जिहड़ा फुरना काम क्रोध लोभ मोह हंकार दा है, उन्होंने जितन दे लई, उस ख्याल ते फतेह पाने दे लई जिन्नी देर तक शब्द रब ते गुरु दा ख्याल नहीं, याद रखियो गल्लां नाल बिल्कुल नहीं जित्तिया जांदा। गल्लां नाल बंदा हट करदा है पर किते भी तिलक सकदा है, पर जिथे शब्द ते बाणी आ जाए उस कमज़ोर ख्याल नूं पलट के रख दिंदी है। शरीर वड्डा है पर शरीर तो वड्डा मन है, मन तो वड्डा ख्याल है, ते ख्याल विच फुरने विच ही दुख सुख वसदा है। महाराज कहन लगे डलिया जिहड़े आ दस्तार बन्नदे आए ने ना, ये ख्याल करके बलवान ने। ख्याल जित्तिया गया, मन जित्तिया गया। मन एक फुरने का नाम है, जे साडा थॉट काबू आ गया, विचार जित्तिया गया, सब कुछ जित्तिया गया। हजूर सच्चे पातशाह महाराज जी ने इसे करके बाणी विच कहा, आई पंथी सगल जमाती मन जीते जगजीत। मन जित्या आप सवारें मैं मिलें, मैं मिलिया सुख होए, फरीदा जे तू मेरा होए रहे सब जग तेरा होए। उत्थे फिर वो बेनती करदा है, महाराज ख्याल किवें जित्तिया जाता है। मैं जिहड़ी अर्ज कर लगा, गुरु गोबिंद सिंह जी दे जिहड़े उन्हें वार्तालाप कराया, उस विच कहन लगे डलिया तुसी इस इलाके च रहिंदे हो, तैनूं समझ नहीं पैनी, पर तैनूं पता है धीर सिंह ते वीर सिंह जेड़े सिख मेरे को रोज ने, तेरे सिपाही सवेरे सैर करते आ, देर नाल की उठते आ, ये सारे सिख चौंकड़े मार के नेत्र बंद करके जदों वाहिगुरू वाहिगुरू जपते ने ना, उदों ख्याल ही जितते हुंदे आ। नाले तैनूं पता है ये पोथियां लैके बाणी पढ़ रहे आ। कहंदा महाराज मैं देखा जरूर, पर मैं सोचिया नहीं कदे क्यों। कहन लगे सुनियो बेनती, कहन लगे गुरु दी बाणी रब दा तीर है, नाम ओदा रूप है। जदों बाणी दा तीर साडे धुर अंदर नूं विन्हदा है, वो पत्थर बने मन विच सुराख कर दिंदा है, अंदर नाम चलन लग पैंदा। नाम आत्मा नूं परमात्मा विच मिला दिंदा है। जिहदे ख्यालां विच नाम चलन लग पए, ओहदे अंदर वाहिगुरू दी ताकत आ जाती है। फिर बेनती सुनियो, मैं रिपीट कर लगा, आ जिहड़ा शब्द है जिहड़ी असीं बाणी पढ़ने, टिका के जदों कोई बाणी पढ़ेगा चित ला के, सच एवे सानू अनियाले तीर मार दी। फिर अगे मैं बेनती करने मन चाहेगा, नाम होर है ते बाणी होर है। क्योंकि अज भी साडे कई सज्जन जी आपो अपने ढंग नाल जे नाम जपना बाणी पढ़न का कोई फायदा नहीं, इतों तक शब्द कह देंगे कोई बाणी का फायदा नहीं, सारी बाणी तो नाम की गल करदी। ते दास बेनती करदा हुंदा है, 31 राग ने 1430 अंग ने, मत्था टेकदे हो, हज़ारां गुरु जी ने शब्द उचारण किए। जे इन्नी को गल हुंदी ते आरंभक अंगियां दे विच कुछ सिर्फ नाम की गल करके समाप्ति कर देंदे। ते जे ये कहो भी बाणी पढ़दे नाम जपन का कोई फायदा नहीं,
नहीं नहीं, ये भी दुरुस्त नहीं। असल च की है, ਜਿਹੜਾ अखरी नाम है ये साडे प्राणां विच बड़ी छेती चलदा है। सच है, वाहिगुरू शब्द असीं पढ़ने, आपां भावें हेक ला के लै च पढ़ने, सानूं कई वारी लाम ही प्रतीत हुंदा है भी बोली जा रही। असल च ये शब्द जिहड़ा है जदों आप अभ्यास करोगे दो हिस्सिਆਂ ਵਿੱਚ भी अंदर बड़ी छेती चलेगा। वाहिगुरू वाहिगुरू। उंज धन बाबा बुढ़ा साहब जी ਨੂੰ महाराज ने यही कहा सी कि तू परा बाणी विच बैठ के नाम जपिया कर। ये शब्द बड़ी जल्दी अंदर चलता। उंज सच एवे कि जदों आप लगातार गुरु ग्रंथ साहिब का पाठ करो, टेक के पाठ करो, चित ला के पाठ करो, गुरु साहब अंदर नूं इकाग्र कर देन। कई बारी रात नूं सुत्तियां भी कई कई शब्द महाराज अपने आप ही पढ़े जाते हैं, क्योंकि वो सब कॉन्शियस चला गया जी शब्द जी, वो सब कॉन्शियस माइंड च। इस करके मैं बेनती करांगा, आपां ना बाणी छड्डनी है ते नाम छड्डना है। बस इस गल नूं पल्ले बन लईए। ते मेरा ख्याल किसी नूं पुछण दी थां भी नाम पहला जपीए कि बाणी पहला पढ़ीए, बस इक्को गुरु रामदास दा सलोक घुट के पल्ले बन लो, जने खड़े नूं ना पुछियो। गुर सतगुर का जो सिख अखाए, पहला की करे उठदियां सार। वेखो, ਜਿਹੜਾ अपने सतगुरु का सिख अखवांदा है, ਜਿਹੜਾ ये दावा करदा मैं महाराज तेरा सिख हाँ, सो भलके उठ अमृत वेले उठे। भलके का अर्थ साडी पंजाबी च कल भी आउंदा है, ते भलके का अर्थ अमृत वेला आउंदा जी बाणी च। बहुत थावां ते भलके उठ पराहुणा मेरा घर आवो। भाई साहब जी ने एक शब्द वरत्या, गुरसिख भलके उठ कर अमृत वेला सरना बंदा। हुण ये भी है ना, अमृत वेले का भी सच्ची है वे। मैं कहना कि जिस बंदे ने बाणी नाम का अभ्यास नहीं ना किया, उन्होंने जज बन के फैसले नहीं देने चाहिए बाणी बारे, बिल्कुल नहीं। वो गलत कर रहे। अभ्यासी कहे जिन्हें 5-10 साल कितने ठोक के लाए होण, अभ्यास तो बिना एक बंदा पानी च वड़े ही कोई नहीं, चिट्टियां जराबां पा के किनारे ते तुरिया फिरदा है ते लोकां नूं दसदा फिरदा तरना किवें। उन्होंने पुछ के देखियो जिन्हें 4 दिन टुब्बी मारी होवेगी, कभी सड़क के किनारे चलने वाला तरना दस सकेगा? गुरु साहब जी दे पहला शब्द भलके अमृत वेला जी। तो मैं एक दिन भी गिनती की, इनू खंडन क्यों करते हो? गुरु के सिखो, तुहानू खुश होना चाहिए कि हिंदुस्तान के किसी भी ग्रंथ विच अमृत वेला शब्द वरत्या ही नहीं गया। अमृत वेले शब्द की घाड़त करने वाले केवल गुरु नानक साहब ने। पहला किसी ने अमृत वेला वरती नहीं। संध्या है, उषा है, प्रभात है, ये शब्द हैं, पर वेले नाल जे किसी ने अमृत की व्याख्या की ला के ते धन गुरु नानक साहब ने की है। हाँ, असी कहने सारी वेले अमृत ने। याद रखियो, असल च जिदे अंदर नाम चला जाए उहदे लई तां हर वेले बसंत। मैं रात कल परसों कहा सी, अंदर दियां रुत्तां भी बदलदियां ने। उंज वैसे अमृत वेले की अपनी महानता है। दास बेनती एक दिन की कि दरबार साहब की जिहड़ी मर्यादा है ना जी, ये आप सब नूं पता है कि गुरु अर्जन साहब तो शुरू हुई। महाराज ने बकायदा जो प्रकाश किया उदों दसिया, दरबार साहब विच टाइम कदी एक नहीं रहिंदा प्रकाश करन दा। जे मान लो हुण 5 बजे हुंदा है जां 4:30 हुंदा है, ये नहीं कि तुसीं पोह विच भी 4:30 करोगे। उहदा संबंध रुत दे नाल है। ते एक भी अर्ज की कि 2 वारी हर जुग जुग भगत पढ़िया जाता है हरमंदर साहब। जदों सूरज की टिक्की निकलती है, सूरज चढ़ रहा है, उदों गुरु के कीर्तनीय नाल ही शुरू कर देंगे, हर जुग जुग भगत पाया। टाइम इस ढंग नाल बनाया। तो जदों सूरज की टिक्की अस्त हो जाती है, उस वक्त भी शुरू कर देंगे, हर जुग जुग भगत पाया। उत्थे जुग जुग भगत पाया सवेरे आसा की वार की संपूर्णता है, तो शाम नूं हर जुग जुग भगतों पाया सोदर की आरंभता होंदी पई है। इस तरह जी तुसीं देखोगे कि सुख आसन ते प्रकाश विच सर्दी होवे गर्मी होवे, 6 6.5 7 घंटे का मेरा ख्याल, दोपहरे नहीं प्रकाश की मैं गल कर रहा, फर्क दिसेगा। अमृत वेले की एक महानता। चलो आपां गल कर रहे हैं बाणी की ते नाम की कि गुर कै शब्द आराध्य नाम रंग बैराग, जीते पंच बैराइया नानक सफल मारू इवराग। हुण महाराज कहते सब तो पहला काम यह कर कि गुर सतगुर का जो सिख अखाए सो भलके उठ हर नाम ध्यावे। ये शंके सारे मिटाओ। दातन तो बिना कर लिए कि ना,
मूँह धोईए कि ना। मैं एक बेनती करना, मौत ने कदी नहीं पूछना भी दातन कुरला कीता तुहानू लैके जाइए, मौत का कोई पता नहीं। हाँ असी सफाई करनी, किरिया सुधनी, ये नहीं, पर सच महाराज कहंदे आ जदों तेनू जाग आउंदी है उठदियां सारी तू वाहिगुरू शब्द छपना शुरू कर दे, मूल मंत्र छपना जपना शुरू कर। पहली गल ही कही, ये सानू उत्तर देंदे पे जी नाम जरूरी कि बाणी जरूरी। मैं तां बेनती की, गुर सतगुर का जो सिख अखाए सो भलके उठर नाम ध्यावै, उद्यम करे भलके प्रभाती। नाम ध्यावे ते उद्यम करे, ਇਹਦਾ मतलब बड़ा गहरा है। नेस्ती फिर घेर लेंदी बंदे नूं। उद्यम करे भलके प्रभाती, इशनान करे अमृतसर नहावे। शरीरक तौर पर इशनान करे, ਇਹਦਾ अर्थ यह भी किया सत संगत रूपी अमृत सरोवर विच डुब्बी मारे। फिर की करे जी, इशनान करे भलके प्रभाती, शब्द वरत्या उद्यम करे भलके प्रभाती, इशनान करे अमृतसर नावे, उपदेश गुरु हर हर जप जप है। फिर क्या भी शुरू कर दी वाहिगुरू, जो तेनू गुरु ने गुरु मंत्र दृढ़ कराया ना, उपदेश दिता भी आ जपना है, फिर चौंकड़ा मार के जपी। इशनान हो गया, हुण बैठ के संगत च उपदेश गुरु हर हर जप जापै, सब खिलविक पाप दोख ले जावे। फिर जी अगला काम की करी, फिर चढ़े दिवस गुरबाणी गावे। मेरा ख्याल गुरु रामदास तो वध सानू किन्ने दस सकना जी। वो कहते दिन चढ़िया को गुरबाणी गा, गुरबाणी पढ़, फिर चढ़े दिवस गुरबाणी गावे। ते महाराज फिर कह लगे नाम कला अमृत वेले नहीं, बहिंदियां उठदियां हर नाम ध्यावे। अगला बचन, बहिंदियां उठदियां हर नाम ध्यावे, जो सास गिरास ध्याए मेरा हर हर, सो गुर सिख गुरु मन भावे। पर महाराज ये सारे क्यों नहीं, कह लगे जिसनू दयाल होवे मेरा स्वामी, तिस गुर सिख गुरु उपदेश सुनावे। जन नानक धूड़ मंगै, तिस गुर सिखी जो आप जपै अवर नाम जपावे। पहली बेनती मैं करांगा जी, जदों आपां शब्द पढ़ने बाणी पढ़ने, पहली गल तां वासना संयुक्त पढ़ी जाती ज़्यादा बाणी। अखंड पाठ साहिब रखाया जाता है किसी वासना अधीन, वासना का अधीन दूजे लफ्ज नहीं वरतने। मैनू घर मिलिया मैं तां पाठ रखाया, मैनू पुत्र धी मिलिया तां पाठ रखाया, साडे पेपर आ गया तां पाठ रखाया। सच्ची गल ये वे कि असी बहु गिनती विच पाठ करदे ते करांदे सिर्फ दुनियावी वासना की पूर्ति लई जां उहदे शुकराने लई भी आ मिलिया। दूजी गल, जदों कोई गुरु ग्रंथ साहिब नूं आपे लई पढ़ेगा तो यह भी बिल्कुल सच है। जदों असीं कहने मैं इन्ने पाठ करांगा, ये मैं विरोध च नहीं हैगा, मैं कहना बड़ा चंगा जे, घट्टो घट किसी लालच नूं रख के तो तुरे ही है ना, रब मेहर करेगा। पर जदों असीं किसी वासना नूं रख के पाठ करने हैं, उदों कमाल की गल, आप सुखमनी साहब रोज़ करो रख के, तो रोज़ आना सुखमनी पढ़दे हैं, कई बारी फुरना उठेगा, जे इन्ने दिन हो गया गल है जे बनती नहीं पई, क्यों फुरना तंग करेगा सानू। जदों कह भी मैं कुछ नहीं, सिर्फ गुरु की खातर गुरु नूं पढ़ना है, सिर्फ परमात्मा की तेरी खुशी लैन लई। सच एवे मैं तुहानूं बेनती करांगा, सवेरे तजर्बा करके देखियो, सारी सुरत दे फुरने नूं झाड़ के जदों आपां टेक के शब्द पढ़ांगे, शब्द विचों उस वक्त साडा मन रस चूसन लग पवेगा। पहला बचन महाराज जी ने कहा, गुर कै शब्द आराधी है, गुरु दे शब्द द्वारा, ਇਹਦਾ मतलब गुरबाणी राही। हुण एक दिन की गल नहीं, मैं कई बारी आप जी नूं बेनती करना, एक दिन की भी गल नहीं, कई जन्मां की गल है, एक घड़ी की गल भी नहीं, घड़ी विच भी काम सर सकता। ये सिलेबस नहीं, जे कहिए भी जे मेरा सिलेबस है, पर फिर भी गुरमत कहती है कि शब्द के अभ्यास नूं कदी नहीं छड्डना, भावें तुहानूं मंजिल मिली है कि नहीं मिली, शब्द का अभ्यास नहीं छड्डना। भाई साहब जी ने एक बार पूछया, भाई गुरदास साहब जी ने, कि सानू ये दसो भी रोज़ 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 बाणी पढ़न का की फायदा। उन्होंने बहुत सोहना उत्तर दिता सी। उन्हों का एक कवितक है कि गुर कै शब्द आराधी है, शब्द का अभ्यास। बाणी रोज़ पढ़ रहे सिख, वो बचन करते आ कि तुसी देखो दीवा बलदा है, उदाहरण उही ने जो बाणी च ने। पतंगा आउंदा दीवे की परिक्रमा की ते चला गया, दूजे दिन फिर दीवा बलिया आ गया,
ਭੰਬਟ ਨੇ ਪਰਿਕਰਮਾ ਕੀਤੀ, ਫਿਰ ਚਲਾ ਗਿਆ। ਤੀਸਰੇ ਦਿਨ ਆਇਆ, ਉਹ ਲਗਾਤਾਰ ਕਈ ਦਿਨ ਦੀਵੇ ਦੀ ਲਾਟ ਦੀ ਪਰਿਕਰਮਾ ਕਰਦਾ ਤੇ ਵਾਪਸ ਚਲਾ ਜਾਂਦਾ, ਪਰ ਆਪਣਾ ਨੇਮ ਨਾ ਟੁੱਟਣ ਦੇਵੇ। ਇੱਕ ਦਿਨ ਆਪਣਾ ਆਪ ਭੁੱਲ ਜਾਂਦਾ, ਲਾਟ ਵਿੱਚ ਪੈ ਕੇ ਲਾਟ ਵਰਗੀ ਹੋ ਜਾਂਦਾ ਹੈ। ਅਭਿਆਸ ਨਹੀਂ ਛੱਡਿਆ ਉਹਨੇ। ਰੋਜ਼ ਆਇਆ, ਉਹਨੇ ਪਰਿਕਰਮਾ ਕੀਤੀ ਤੇ ਉਹੀ ਪਤੰਗਾ, ਉਹੀ ਭੰਬਟ ਉਸ ਲਾਟ ਵਿੱਚ ਡਿੱਗਾ, ਉਹਦਾ ਰੂਪ ਹੋ ਗਿਆ। ਦੂਜਾ ਬਚਨ ਭਾਈ ਸਾਹਿਬ ਕਰਦੇ ਆ, ਇੱਕ ਪੰਛੀ ਰੋਜ਼ ਚੋਗਾ ਚੁਣ ਜਾਂਦਾ ਹੈ। ਕਿਸਾਨ ਨੇ ਫਸਲ ਬੀਜੀ ਜਾਂ ਫਸਲ ਪੱਕੀ, ਰੋਜ਼ ਚੋਗਾ ਚੁਗਦਾ ਤੇ ਵਾਪਸ ਆ ਜਾਂਦਾ ਹੈ, ਪਰ ਕਿੰਨੇ ਦਿਨ ਵਾਪਸ ਆਏਗਾ? 2-4 ਦਿਨ, 5 ਦਿਨ, 10 ਦਿਨ। ਇੱਕ ਦਿਨ ਚੋਗਾ ਚੁਗਦਾ ਜਾਲ ਵਿੱਚ ਫਸਦਾ, ਵਾਪਸ ਕੋਈ ਨਹੀਂ ਆਉਂਦਾ। ਤੀਸਰਾ ਬਚਨ ਉਹਨਾਂ ਕਿਹਾ, ਭਵਰਾ ਖਿੜੇ ਕੋਈ ਕਮਲ ਫੁੱਲ ਕੋ ਰੋਜ਼ ਜਾਂਦਾ ਹੈ, ਰੋਜ਼ ਪਰਿਕਰਮਾ ਕਰਦਾ ਹੈ, ਪਰ ਇੱਕ ਦਿਨ ਇਸ ਤਰ੍ਹਾਂ ਆਪਣਾ ਆਪਾ ਭੁੱਲ ਜਾਂਦਾ ਹੈ, ਉਹਨੂੰ ਉੱਡਣੇ ਭੁੱਲ ਜਾਂਦਾ ਹੈ। ਸ਼ਾਮ ਪੈ ਜਾਂਦੀ, ਕਮਲ ਦਾ ਫੁੱਲ ਪੰਖੜੀਆਂ ਸਮੇਟਦਾ, ਭਵਰਾ ਉਹਦੇ ਵਿੱਚ ਹੀ ਰਹਿ ਜਾਂਦਾ ਹੈ। ਬੇਨਤੀ ਹੈ ਜੀ, ਭਾਈ ਸਾਹਿਬ ਨੇ ਉਦਾਹਰਨ ਜਿਹੜੀ ਦਿੱਤੀ, ਅਖੀਰ ਦੀ ਉਹ ਗੱਲ ਕਹਿੰਦੇ ਆ। ਭਾਈ ਸਾਹਿਬ ਦਾ ਬਚਨ ਹੈ, ਜੈਸੇ ਦੀਪ ਦੀਪਤ ਪਤੰਗ ਲੋਟ ਪੋਟ ਹੋਟ, ਕਬੂ ਕਹਿ ਜਵਾਰਾ ਮੈਂ ਪਰਤ ਜਰ ਜਾਏ ਹੈ। जैसे खग दिन प्रत चोग चुग आवे उड, काहू दिन फांसी फांसै बौर न आए है। जैसे अल कमल कमल प्रत खोजै नित, कबू कमल दल संपट समाए हैं। तैसे गुरबानी अवगान करत चित, अवगान दर्थ अभ्यास करांगे, आवागौन नहीं। इसे तरह जिमें एक भवरा, जिमें एक पतंगा, जिमें एक पंछी, जिमें एक ये जीव ने, जिमें ये रोज़ अभ्यास करते आ, जिन्हों प्यार करते आ, एक दिन ਉਹਦੇ ਵਿੱਚ ਸਮਾ ਜਾਂਦੇ ਆ। ਇਸੇ ਤਰ੍ਹਾਂ ਜਿਹੜਾ ਮਨ ਰੋਜ਼ ਰੋਜ਼ ਗੁਰੂ ਕੀ ਬਾਣੀ ਦਾ ਪਾਠ ਕਰੇਗਾ, ਗੁਰੂ ਕੀ ਬਾਣੀ ਨੂੰ ਰੋਜ਼ ਵਾਚੇਗਾ, ਗੁਰੂ ਸਾਹਿਬ ਕਹਿੰਦੇ ਇੱਕ ਦਿਨ ਇਹ ਮਨ ਬਾਣੀ ਦੇ ਵਿੱਚ ਸਮਾ ਜਾਏਗਾ। ਤੈਸੇ ਗੁਰਬਾਣੀ ਅਵਗਾਨ ਕਰਤ ਚਿਤ, ਕਬੂ ਮਗਨ ਖੋਵੇ ਸ਼ਬਦ ਉਰਜਾਏ ਹੈ। ਇੱਕ ਦਿਨ ਉਹ ਸ਼ਬਦ ਵਿੱਚ ਉਰਜਾ ਜਾਏਗਾ, ਸ਼ਬਦ ਵਿੱਚ ਮਿਲ ਜਾਏਗਾ। मैं इस करके बेनती की जी, सब तो पहला तो गुर का शब्द आराधी है, गुरु के शब्द राही आराधना, तो सारी गुरु ग्रंथ साहिब की बाणी शब्द राही परमात्मा की आराधना है। कोई शब्द आप जी पढ़ोगे वो परमात्मा की आराधना ही है जी। गुरबाणी का पाठ जदों परमात्मा लिए परमेश्वर लिए हुंदा उहदी आराधना है। इसे लिए गुरु जी ने बाणी विच, बाणी की सिबत विच मैं एक दिन अर्ज ये भी की सी कि यदी आराधना बारे गुरु अर्जुन साहब का एक बचन है, हमारी प्यारी अमृत धारी, वह है गुर कै शब्द आराधी है। हमारी प्यारी अमृत धारी, गुर निमख ना मन ते टारी रे। गुरु ने कदी भी बाणी नूं अपने अंदरों भुलाया नहीं। दास ने उस दिन बेनती की, जिस दिन पहला प्रकाश दिहाड़ा से बाबा बुढ़ा साहब जी ने हुक्म लिया, चलो उस वक्त महाराज ने शब्द आवाज़ किया, पर जेड़ा शब्द हुक्म रूप विच आया वो दरअसल गुरबाणी दे संग्रह करता, हरमंदर साहिब दे रचयिता जेड़े प्रकाश करा रहे ने, धन गुरु अर्जुन देव का ही उचारण किया होया है। ते गुरु अर्जुन देव ने खुद उस शब्द नूं सचमुच रब्बी हुक्म जान के सुनिया है। जिवें भाई संतोख सिंह लिखते हैं कि बाबा बुढ़ा साहिब ने प्रकाश किया, जो क्या बुढ़ा साहिब खोलो ग्रंथ, लियो आवाज़, सुने सा पंथ, अदब संग तब ग्रंथ सो खोला ले आवाज़, बुढ़ा मुख बोला सुई महला पंजवा, संतां कै कारज आप खलोया। मेरे कहन तो मुराद गुरु साहब आप बाणी का अभ्यास। एक दो सिर प्रमाण देंगा, देखो ये शब्द है साड़ी सब तो वध प्यारी, महाराज कहने अमृत नाल भरपूर बाणी शब्द। हमारी प्यारी अमृत धारी, गुर निमख ना मन ते टारी रे। कदी गुरु ने निमख जिन्ना मन तो दूर नहीं किया। दर्शन परसन बाणी का दर्शन किते हाँ। अगला महाराज ने शब्द स्पर्शता वरत्या। मैं एक बार कहा सी, उंज वैसे बाहर का ज्ञान भी तकरीबन 4 ज्ञान इंद्रियां रही अंदर जाता है जी। अखां रही जाता है, कन रही जाता है, जबान रही जाता है, भावें जबान ये ज्ञान इंद्रिय है जी, कर्म इंद्रा मूँह है, तो स्किन रही भी जाता है। इन थोड़ा जहा मैं खोल देना, जद जे अखां नाल आपां बाणी पढ़ रहे हैं, सच ये वे जिन्होंने गुरबाणी जबानी चेते वे ना,
ਸੁਖਮਨੀ ਜਿਹੜੀ ਜਿੰਨੀ ਜਿੱਥੋਂ ਵੀ ਸ਼ਬਦ ਤੁਸੀਂ ਪੜ੍ਹਿਆ, ਜਿਨ੍ਹਾਂ ਨੂੰ ਗੁਰਬਾਣੀ ਜ਼ਬਾਨੀ ਚੇਤੇ ਵੇ ਤੇ ਉਹਨਾਂ ਨੇ ਵੇਖ ਕੇ ਪੜ੍ਹੀ ਏ। ਕਈ ਸੱਜਣ ਐਸੇ ਆ ਸੂਰਮੇ ਸਿੰਘ ਜਿਨ੍ਹਾਂ ਨੇ ਅੱਖਰ ਵੇਖੇ ਹੀ ਨਹੀਂ, ਪਰ ਬਾਣੀ ਉਹਨਾਂ ਨੂੰ ਚੇਤੇ ਵੇ। ਜਿਨ੍ਹਾਂ ਨੇ ਅੱਖਰਾਂ ਦਾ ਬੋਧ ਰੱਖ ਕੇ ਬਾਣੀ ਨੂੰ ਅੱਖਾਂ ਨਾਲ ਚੇਤੇ ਕੀਤਾ, ਆਪ ਜੀ ਜਿੱਥੇ ਵੀ ਬੈਠ ਕੇ ਜ਼ਬਾਨੀ ਬਾਣੀ ਪੜ੍ਹੋਗੇ, ਯਾਦ ਰੱਖਿਓ ਤੁਹਾਡੇ ਮਨ ਵਿੱਚ ਉਹ ਅੱਖਰ ਆਪਣੇ ਆਪ ਬੰਤਰ ਬਣੀ ਜਾਏਗੀ ਜਿੱਥੋਂ ਚੇਤੇ ਕੀਤਾ ਸੀ। ਭਾਵੇਂ ਗੁਟਕਾ ਹੋਵੇ, ਦਾ ਮਤਲਬ ਅੱਖਾਂ ਰਾਹੀਂ ਉਹ ਸ਼ਬਦ ਅੰਦਰ ਜਾਂਦਾ ਹੈ। ਦੂਸਰੀ ਬੇਨਤੀ, ਕੰਨਾਂ ਰਾਹੀਂ ਸੁਣ ਸੁਣ ਕੇ ਜਾਂਦਾ ਹੈ। ਤੀਸਰਾ, ਗੁਰਮੁਖੋ ਜ਼ਬਾਨ ਨਾਲ ਬੋਲ ਬੋਲ ਕੇ ਜਾਂਦਾ ਹੈ। ਤੇ ਸੂਰਮੇ ਸਿੰਘ ਜਿਨ੍ਹਾਂ ਦੇ ਨੇਤਰ ਕੋਈ ਨਹੀਂ, ਆਪਣੇ ਹੱਥਾਂ ਦੀ ਸਕਿਨ ਨਾਲ ਟੋ ਟੋ ਕੇ ਬਰੇਲ ਲਿਪੀ ਰਾਹੀਂ ਉਹਨਾਂ ਦੇ ਅੰਦਰ ਸ਼ਬਦ ਚਲਾ ਜਾਂਦਾ ਹੈ। ਇੱਥੇ ਸਤਿਗੁਰੂ ਨੇ ਇੱਕ ਸ਼ਬਦ ਵਰਤਿਆ, ਦਰਸ਼ਨ। ਜਿਨ੍ਹੇ ਗੁਰਬਾਣੀ ਦੇ ਦਰਸ਼ਨ ਕੀਤੇ, ਪਰਸਨ, ਗੁਰਬਾਣੀ ਅੰਦਰ ਨੂੰ ਸਪਰਸ਼ ਕਰੇਗੀ। ਕੱਲੀ ਬਾਣੀ ਤੇ ਚਲੋ ਬੜੀ ਵੱਡੀ ਬਖਸ਼ਿਸ਼, ਯਾਦ ਰੱਖੋ ਜਿਸ ਸ਼ਬਦ ਵੱਲ ਧਿਆਨ ਦਿਓਗੇ ਉਹ ਅੰਦਰ ਨੂੰ ਸਪਰਸ਼ ਕਰੇਗਾ ਹੀ। ਤੇ ਸ਼ਬਦ ਦਾ ਸੁਭਾਅ ਹੈ, ਜਿਹੜਾ ਸ਼ਬਦ ਅੰਦਰ ਨੂੰ ਸਪਰਸ਼ ਕਰਦਾ, ਚੰਗਾ ਹੋਵੇ ਮੰਦਾ ਹੋਵੇ, ਤੁਹਾਡੀ ਬੋਡੀ ਤੇ ਅਸਰ ਕਰੇਗਾ। ਸਵਾਲ ਹੀ ਨਹੀਂ ਪੈਦਾ ਹੁੰਦਾ। ਇੱਕ ਬੰਦਾ ਗਾਲਾਂ ਕੱਢਦਾ ਫੋਨ ਤੇ, ਇੰਡੀਆ 'ਚ ਬੈਠੀ ਗਾਲਾਂ ਕੱਢੀ ਜਾਏ, ਹੈ ਤਾਂ ਸ਼ਬਦ ਨਾ। ਤੇ ਆਪਾਂ ਇੱਥੇ ਕਹਿੰਦੇ ਆ ਪਾਣੀ ਦਾ ਗਲਾਸ ਲਿਆਓ, ਮੇਰਾ ਬਲੱਡ ਪ੍ਰੈਸ਼ਰ ਵੱਧ ਗਿਆ, ਕਿਉਂਕਿ ਉਹਦੇ ਮਾੜੇ ਸ਼ਬਦ ਮੇਰੇ ਅੰਦਰ ਨੂੰ ਸਪਰਸ਼ ਕਰ ਗਏ। ਆ ਗੁਰੂ ਕੇ ਢਾਡੀ ਸਿੰਘ ਗਾਉਂਦੇ ਆ, ਆਪ ਜੀ ਦੇਖਦੇ ਹੋ ਕਿ ਜਦੋਂ ਉਹ ਕਿਤੇ ਬੈਰਾਗਮਈ ਸ਼ਬਦ ਗਾਉਂਦੇ ਆ, ਆਪਾਂ ਚੰਗੇ ਭਲਿਆਂ ਦੀਆਂ ਅੱਖਾਂ 'ਚੋਂ ਪਾਣੀ ਨਿਕਲ ਆਉਂਦਾ ਹੈ। ਉਹ ਸ਼ਬਦ ਸਾਡੇ ਅੰਦਰ ਨੂੰ ਸਪਰਸ਼ ਕਰਦਾ ਹੈ। ਗੁਰੂ ਸਾਹਿਬ ਕਹਿੰਦੇ ਆ ਕਿ ਸੱਚ ਇਹ ਵੇ, ਜਿਹੜਾ ਬਾਣੀ ਦੇ ਦਰਸ਼ਨ ਕਰੇ, ਬਾਣੀ ਨੂੰ ਪੜ੍ਹੇ, ਬਾਣੀ ਧੁਰ ਅੰਦਰ ਸਪਰਸ਼ ਕਰ ਜਾਏ, ਇਹਦੇ ਵਿੱਚੋਂ ਫਲ ਕੀ ਮਿਲੇਗਾ? ਇਹਦੇ ਵਿੱਚੋਂ ਖੁਸ਼ੀ ਤੇ ਰਸ ਪੈਦਾ ਹੋਵੇਗਾ। ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ। ਇਸ ਕਰਕੇ ਮੈਂ ਥੋੜ੍ਹਾ ਜ਼ੋਰ ਇਸ ਕਰਕੇ ਦੇ ਰਿਹਾ ਭਾਈ ਕਿ ਇਹਨੂੰ ਐਵੇਂ ਫੁਰਨੇ ਨਾ ਬਣਾਓ, ਬਾਣੀ ਪੜ੍ਹਨ ਦਾ ਲਾਭ ਹੀ ਕੋਈ ਨਹੀਂ। ਜਿਹੜਾ ਗੁਰੂ ਉਹਦੇ ਤੇ ਸ਼ੱਕ ਹੋ ਗਿਆ, ਸਾਡਾ ਪਾਰ ਉਤਾਰਾ ਕਿਵੇਂ ਹੋਵੇਗਾ? ਮਹਾਰਾਜ ਬਚਨ ਕਰ ਰਿਹਾ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਅੱਗੇ ਫਿਰ ਪੁੱਛੋ ਮਹਾਰਾਜ ਗੁਰੂ ਅਰਜਨ ਦੇਵ ਜੀ, ਇਹ ਜਿਹੜਾ ਆਪ ਜੀ ਨੇ ਅੱਜ ਕਿਹਾ ਗੁਰ ਕੈ ਸ਼ਬਦ ਆਰਾਧੀ ਹੈ, ਇੱਥੇ ਕਹਿ ਰਹੇ ਹੋ ਕਿ ਰੰਗ ਰੰਗੀ ਕਰਤਾਰੀ ਰੇ। ਮਹਾਰਾਜ ਕਹਿੰਦੇ ਇੱਕ ਤਜਰਬਾ ਕਰ ਲੈ, ਥੋੜ੍ਹਾ ਜਿਹਾ ਖਿੰਨ ਰਮ, ਥੋੜ੍ਹਾ ਜਿਹਾ ਸਮਾਂ ਬਾਣੀ ਨਾਲ ਜੁੜ ਕੇ ਦੇਖ। ਗੁਰ ਗਮ, ਤੇਰੀ ਪਹੁੰਚ ਗੁਰੂ ਤੱਕ ਹੋ ਜਾਏ। ਖਿੰਨ ਰਮ ਗੁਰ ਗਮ ਹਰ ਦਮ ਨਹਿ ਜਮ। ਜੇ ਹਰ ਵਕਤ ਬਾਣੀ ਨਾਲ ਸ਼ਬਦ ਨਾਲ ਜੁੜ ਗਿਆ, ਜਮਾਂ ਦੇ ਭੈ ਤੋਂ ਵੀ ਮੁਕਤ ਹੋ ਜਾਏਗਾ। ਹਰ ਕੰਠ ਨਾਨਕ ਉਰਖਾਰੀ ਰੇ। ਮਹਾਰਾਜ ਕਹਿੰਦੇ ਮੇਰੇ ਗਲੇ ਦਾ ਸ਼ਿੰਗਾਰ ਹੀ ਗੁਰੂ ਕੀ ਬਾਣੀ ਹੈ। ਇਸ ਕਰਕੇ ਮੇਰੀ ਬੇਨਤੀ ਆਪ ਜੀ ਦੇ ਸਨਮੁਖ, ਜਿੱਥੇ ਸੰਤਾਨ ਲਈ, ਪਰਿਵਾਰ ਲਈ, ਘਰ ਲਈ, ਦੁਨੀਆ ਦੀਆਂ ਦਾਤਾਂ ਲਈ ਪਾਠ ਕਰਦੇ ਹੋ, ਗੁਰਮੁਖੋ ਲੋੜ ਨਹੀਂ ਚੋਖੇ ਪ੍ਰਾਹੁਣੇ ਸੱਦਣ ਦੀ। ਕਿਉਂਕਿ ਸਾਡਾ ਇਹ ਹੁੰਦਾ ਨਾ ਵੀ ਪ੍ਰਾਹੁਣੇ ਸੱਦ ਲੈ ਜੀ, ਉਹ ਪ੍ਰਾਹੁਣਿਆਂ ਸਾਂਭੀ ਜਾਂਦਾ, ਅੰਦਰ ਪਾਠ ਚੱਲਦਾ, ਕੋਈ ਵਿਚਾਰਾ ਗਰੋਸਰੀ ਖਰੀਦਣ ਚਲਾ ਜਾਂਦਾ, ਕੋਈ ਕਿਤੇ। ਕਦੀ ਜ਼ਿੰਦਗੀ 'ਚ ਸਾਰੇ ਜੀ ਬੈਠ ਕੇ, ਸਾਰੇ ਨਹੀਂ ਵਿਚਾਰ ਮਿਲਦੇ। ਘੱਟੋ ਘੱਟ ਮਨਾ ਜੇ ਕੱਲਾ ਬੈਠ ਕੇ ਵੀ ਸ਼ੁੱਧ ਪਾਠ ਕਰਨ ਵਾਲਾ ਪਾਠੀ ਹੋਵੇ, ਸਾਰਾ ਪਾਠ ਚੌਂਕੜਾ ਮਾਰ ਕੇ 7 ਦਿਨ 10 ਦਿਨ ਇਸ ਢੰਗ ਨਾਲ ਸੁਣ, ਮੈਂ ਆਪਣੇ ਆਪੇ ਵਾਸਤੇ ਸੁਣਨਾ, ਬਾਣੀ ਤੇਰਾ ਪਾਰ ਉਤਾਰਾ ਕਰੇਗੀ। ਆਪਣੇ ਲਈ ਤਾਂ ਕੀਤਾ ਹੀ ਕੋਈ ਨਹੀਂ, ਘਰ ਲਈ ਕੀਤਾ ਹੈ ਨਾ ਬਾਣੀ ਦਾ ਸ਼ਬਦ। ਮੈਂ ਫਿਰ ਬੇਨਤੀ ਕਰਾਂ, ਇਹ ਤਾਂ ਇੰਨੀ, ਜੇ ਉਹ ਜਿੰਨੀ ਟਿਕਟ ਲਓਗੇ ਉੱਥੋਂ ਤੱਕ ਲੈ ਜਾਊਗਾ। ਮੰਨ ਲਓ ਮੈਂ ਹਵਾਈ ਜਹਾਜ਼ ਤੇ ਚੜ੍ਹਨਾ, ਸਮਝਣ ਵਾਸਤੇ ਵੀ ਢੁਕਦਾ ਨਹੀਂ। ਜੋ ਕੁਝ ਮੇਰੀ ਬਿਰਤੀ ਹੈ, ਇੱਥੇ ਪਹਿਲੀ ਬੇਨਤੀ ਹੈ, ਜੇ ਵਾਸ਼ਨਾ ਨੂੰ ਖਤਮ ਕਰਨਾ ਹੈ ਤੇ ਬਾਣੀ ਦਾ ਅਭਿਆਸ ਨਿਰੰਤਰ ਕਰ, ਸ਼ਬਦ ਦਾ ਅਭਿਆਸ। ਗੁਰ ਕੈ ਸ਼ਬਦ ਆਰਾਧੀ ਹੈ। ਅਗਲਾ ਮਹਾਰਾਜ ਜੀ ਬਚਨ ਕਰਦੇ ਆ ਕਿ ਨਾਮ ਰੰਗ ਬੈਰਾਗ। ਹੁਣ ਅੱਗੇ ਸ਼ਬਦ ਆ ਗਿਆ ਨਾਮ, ਤੇ ਅਰਜ਼ ਕੀਤੀ ਸੀ ਨਾਮ ਵਿੱਚ। ਉਂਝ ਵੈਸੇ ਆਪ ਜੀ ਗੁਰਮੁਖੋ ਕੀਰਤਨ ਸੁਣਦੇ ਹੋ, ਮੰਨ ਲਓ ਭਾਈ ਸਾਹਿਬ ਕੀਰਤਨ ਕਰ ਰਹੇ ਆ, ਚਲੋ ਕਥਾ ਵੀ ਤਾਂ ਅਸੀਂ ਕਹਿੰਦੇ ਧਿਆਨ ਦਿਓ ਧਿਆਨ ਦਿਓ। ਗੁਰਮੁਖੋ ਕੀਰਤਨ ਸੁਣਨੇ ਆ। ਕਈ ਸੱਜਣਾਂ ਦਾ ਪ੍ਰਸ਼ਨ ਹੁੰਦਾ ਹੈ ਕਿ ਕੀਰਤਨ ਸੁਣਦਿਆਂ ਨਾਮ ਚੱਲਦਾ ਰਹਿਣਾ ਚਾਹੀਦਾ? ਬਿਲਕੁਲ ਚੱਲਣਾ ਚਾਹੀਦਾ ਹੈ। ਫਿਰ ਅਸੀਂ ਕਹਾਂਗੇ ਦੋ ਕੰਮ ਕਿਵੇਂ ਹੋ ਜਾਂਦੇ ਆ? ਹੋ ਜਾਂਦੇ ਆ। ਜਦੋਂ ਭਾਈ ਸਾਹਿਬ ਕਿਤੇ ਬੇਨਤੀ ਦੇ ਸ਼ਬਦ ਪੜ੍ਹਦੇ ਹੋਣ ਤੇ ਆਪਾਂ ਉਸ ਬੇਨਤੀ ਦੇ ਸ਼ਬਦ ਵਿੱਚ ਵੀ ਬੇਨਤੀ ਰੂਪ ਹੋ ਸਕਨੇ। ਸ਼ਬਦ ਕੰਨਾਂ ਨਾਲ ਸੁਣਨਾ, ਅੰਦਰ ਤੇਰੇ ਨਾਮ ਚੱਲੀ ਜਾਏ
ਤੇ ਜਦੋਂ ਜਿਹੜਾ ਮਨ ਬਾਹਰ ਭਟਕਦਾ ਹੈ, ਜਦੋਂ ਕੰਨਾਂ ਨਾਲ ਬਾਹਰ ਮੁਖੀ ਸ਼ਬਦ ਕੰਨਾਂ 'ਚ ਪਏਗਾ, ਤੁਸੀਂ ਹੈਰਾਨ ਹੋਵੋਗੇ ਇੰਨੀ ਇਕਾਗਰਤਾ ਬਣੇਗੀ, ਕੀਰਤਨ ਸਾਡੇ ਮਨ ਨੂੰ ਗੁਰਦੁਆਰੇ ਤੋਂ ਬਾਹਰ ਨਿਕਲਣ ਨਹੀਂ ਦੇਗਾ। ਜਿਹੜੀ ਮੈਂ ਬੇਨਤੀ ਕੀਤੀ, ਬਾਣੀ ਤੀਰ ਹੈ। ਹੁਣ ਨਾਮ ਜਿਹੜਾ ਹੈ, ਅਸੀਂ ਵਾਹਿਗੁਰੂ ਸ਼ਬਦ ਬੋਲਨੇ ਹਾਂ, ਇਸ ਨਾਮ ਵੀ ਜਿਹਦਾ ਪ੍ਰੇਮ ਪੈ ਜਾਏ, ਫਿਰ ਅਰਜ਼ ਸੁਣਿਓ ਕਿ ਨਾਮ ਵਾਹਿਗੁਰੂ ਸ਼ਬਦ ਜਪਨੇ ਆ। ਉਂਝ ਵੈਸੇ ਮੈਂ ਇੱਕ ਦਿਨ ਅਰਜ਼ ਕੀਤੀ ਸੀ, ਪਰਮਾਤਮਾ ਦੇ ਇੱਕ ਨਹੀਂ ਬੇਅੰਤ ਨਾਮ ਨੇ, ਤੇ ਜੇ ਇਹ ਕਹੀਏ ਇਸ ਨਾਮ ਨਾਲ ਮੈਂ ਉਹਨੂੰ ਕਾਬੂ ਕਰ ਲਿਆ ਜਾਂ ਇਸ ਨਾਮ ਵਿੱਚ ਉਹਦਾ ਅੰਤ ਪੈ ਗਿਆ, ਨਹੀਂ। ਦੂਜੀ ਗੱਲ, ਉਹ ਮੁਥਾਜ ਵੀ ਕੋਈ ਨਹੀਂ, ਕਿਉਂਕਿ ਬੰਦੇ ਤੇ ਅਸਰ ਕਰਦਾ। ਤੁਸੀਂ ਬੰਦੇ ਦੀ ਸਿਫਤ ਕਰੋ, ਬੰਦਾ ਹੋਰ ਅਵਸਥਾ 'ਚ ਹੋ ਜਾਂਦਾ, ਨਿੰਦਿਆ ਕਰੋ, ਮਨ ਦੀ ਅਵਸਥਾ ਹੋਰ ਹੋ ਜਾਂਦੀ ਹੈ। ਰੱਬ ਦੀ ਸਾਰੀ ਦੁਨੀਆ ਨਿੰਦਿਆ ਕਰੇ, ਉਹਦੀ ਹਸਤੀ ਨੂੰ ਕੋਈ ਪਰਵਾਹ ਨਹੀਂ, ਤੇ ਸਾਰੀ ਦੁਨੀਆ ਸਿਫਤ ਕਰੇ, ਉਹਨੂੰ ਵੀ ਪਰਵਾਹ ਨਹੀਂ। ਸਿਫਤ ਇਸ ਕਰਕੇ ਕਰਨੇ ਆ ਵੀ ਅਸੀਂ ਸਿਫਤ ਕਰਨ ਵਾਲੇ ਉਹਦੇ ਵਿੱਚ ਜੁੜ ਸਕੀਏ। ਸਿਫਤ ਇੱਕ ਸੇਤੂ ਹੈ, ਸਿਫਤ ਇੱਕ ਪੁਲ ਹੈ। ਇਸੇ ਕਰਕੇ ਪਰਮਾਤਮਾ ਦੇ ਬੇਅੰਤ ਨਾਮ ਨੇ। ਅਸੀਂ ਅਸੰਖ ਨਾਮ, ਅਸੰਖ ਥਾਮ, ਅਗੰਮ ਅਗੰਮ ਅਸੰਖ ਲੋ, ਬੜੇ ਨਾਮ ਨੇ, ਕੀਰਤਮ ਨਾਮ ਬੜੇ ਨੇ। ਮਹਾਰਾਜ ਨੇ ਕਿਹਾ, ਤਬ ਸਰਬ ਨਾਮ ਕਥਾ ਕਵਨ ਕਰਮ ਨਾਮ ਬਰਨਤ ਸੁਮਤ। ਬਾਣੀ 'ਚ ਜੁੜ ਕੇ ਦੂਸਰੀ ਗੱਲ ਮਹਾਰਾਜ ਕਹਿੰਦੇ ਪਿਆ ਕਿ ਨਾਮ ਵੀ ਜੁੜ ਕੇ, ਨਾਮ ਅਸੀਂ ਜ਼ਬਾਨ ਨਾਲ ਬੋਲੀਏ। ਬਾਬਾ ਬੁੱਢਾ ਸਾਹਿਬ ਜੀ ਨੇ ਆ ਜਦੋਂ ਪ੍ਰਸ਼ਨ ਪੁੱਛਿਆ ਨਾ ਮਹਾਰਾਜ ਜੀ ਨੂੰ, ਗੁਰੂ ਨਾਨਕ ਸਾਹਿਬ, ਇਹ ਭਾਈ ਮਨੀ ਸਿੰਘ ਉਹਨਾਂ ਨੇ ਲਿਖੇ, ਇਹ ਕਵੀ ਸੰਤੋਖ ਸਿੰਘ ਨੇ ਸਿੱਖਾਂ ਦੀ ਭਗਤਮਾਲ ਵਿੱਚ ਬੂੜਾ ਬੁੱਢਾ ਇੱਕ ਮਨ ਧਿਆਵੈ, ਭਾਈ ਗੁਰਦਾਸ ਸਾਹਿਬ ਨੇ ਇਹਦੀ ਵਿਆਖਿਆ ਭਾਈ ਮਨੀ ਸਿੰਘ ਨੇ ਕੀਤੀ। ਮਹਾਰਾਜ ਜਦੋਂ ਪੁੱਛਦੇ ਆ, ਮਹਾਰਾਜ ਨੂੰ ਕਹਿੰਦਾ, ਮਹਾਰਾਜ ਜਨਮ ਮਰਨ ਕਿਵੇਂ ਕੱਟੇ, ਮੌਤ ਦਾ ਭੈ ਕਿਵੇਂ ਖਤਮ ਹੋਵੇ, ਬੰਧਨਾਂ ਤੋਂ ਕਿਵੇਂ ਮੁਕਤ ਹੋਈਏ। ਮਹਾਰਾਜ ਕਹਿੰਦੇ ਆ, ਨਾਮ ਜਪ। ਤੇ ਬਾਬਾ ਜੀ ਕਹਿੰਦੇ ਆ, ਬਾਣੀ ਬੜੀ ਡਾਢੀ ਹੈ, ਸ਼ਬਦ ਵਰਤਿਆ, ਬਾਣੀ ਬੜੀ ਡਾਢੀ ਹੈ। ਉੱਥੇ ਫਿਰ ਗੁਰਦੇਵ ਕਹਿੰਦੇ ਨੇ 4 ਬਾਣੀਆਂ, ਜਿਹਨੂੰ ਚਲੋ ਆਪਾਂ ਸਾਰੇ ਕਹਿੰਦੇ ਆ। ਉਂਝ ਵੈਸੇ ਸਤਿਗੁਰੂ ਜੀ ਨੇ ਜੀ ਕਿਰਪਾ ਕੀਤੀ, ਇਸ ਝਗੜੇ 'ਚ ਵੀ ਨਹੀਂ ਪੈਣਾ ਕਿ ਬਾਣੀਆਂ 4 ਨੇ ਤੇ ਖਾਣੀਆਂ 4 ਨੇ। ਗੁਰੂ ਸਾਹਿਬ ਕਹਿੰਦੇ, ਤੈਨੂੰ ਇਸ ਧਰਤੀ ਤੇ ਸਿਰਫ 4 ਦਾ ਪਤਾ ਪਿਆ, ਉਂਝ ਵੈਸੇ ਕੇਤੀਆਂ ਖਾਣੀ, ਕੇਤੀਆਂ ਬਾਣੀ ਪਤਾ ਹੀ ਕੋਈ ਨਹੀਂ ਕੀਤੀਆਂ। ਪੁੱਛਦੇ ਨੇ ਕਿਵੇਂ? ਮਹਾਰਾਜ ਕਹਿੰਦੇ ਨੇ, ਪਹਿਲਾ ਬੈਖਰੀ ਬਾਣੀ ਰੱਖੀ, ਜ਼ਬਾਨ ਨਾਲ ਬੋਲ ਕੇ। ਦੂਸਰਾ ਸ਼ਬਦ ਵਰਤਿਆ ਪਸੰਤੀ, ਜ਼ਬਾਨ ਨਾ ਬੋਲੇ, ਮੁਖ 'ਚ ਨਾਮ ਚੱਲੇ, ਬੁੱਲ ਨਾ ਖਿੱਲਣ। ਤੀਸਰੀ ਪਸੰਤੀ, ਪਹਿਲੀ ਬੈਖਰੀ, ਦੂਸਰੀ ਮਧਮਾ, ਤੀਸਰੀ ਪਸੰਤੀ ਹਿਰਦਾ। ਚੌਥਾ ਸ਼ਬਦ ਵਰਤਿਆ ਪਰਾ, ਨਾਭੀ। ਉਂਝ ਵੈਸੇ ਜਪ ਕਰਨ ਵਾਲੇ ਹੋਰ ਵੀ ਕਹਿੰਦੇ ਆ, ਉਹ ਕਹਿੰਦੇ 3 ਤਰ੍ਹਾਂ ਦਾ ਜਪ ਹੈ, ਇੱਕ ਵਾਚਕ ਹੈ, ਇੱਕ ਉਪਾਂਸੂ ਹੈ ਤੇ ਇੱਕ ਮਾਨਸਿਕ ਹੈ। ਜਪ ਦਾ ਅਰਥ ਉਹਨਾਂ ਜਿਹੜਾ ਬੋਲਨੇ ਦੂਜੇ ਨੂੰ ਸੁਣਾਉਂਦਾ। ਉਪਾਂਸੂ ਦਾ ਅਰਥ ਹੈ ਆਪਣੇ ਆਪ ਨੂੰ ਸੁਣੀਂਦਾ, ਤੇ ਮਾਨਸਿਕ ਦਾ ਅਰਥ ਹੈ ਸਿਰਫ ਫੁਰਨੇ ਦੇ ਰੂਪ ਵਿੱਚ ਹੋ ਕੇ ਨਾਮ ਚੱਲਣ ਲੱਗ ਪਵੇ। ਉਂਝ ਗੁਰਬਾਣੀ ਨੇ ਸਾਰੇ ਮੰਨਿਆ ਜੀ, ਗੁਰਬਾਣੀ ਨੇ ਰਸਨਾ ਦਾ ਮੰਨਿਆ, ਗੁਰਬਾਣੀ ਨੇ ਰਸਨਾ ਦਾ ਬੰਦ ਕਰਨਾ ਵੀ ਮੰਨਿਆ, ਗੁਰਬਾਣੀ ਨੇ ਮਨ ਦਾ ਚੁੱਪ ਹੋਣਾ ਵੀ ਮੰਨਿਆ, ਗੁਰਬਾਣੀ ਨੇ ਮਨ ਦਾ ਬੋਲਣਾ ਵੀ ਮੰਨਿਆ। ਪਰ ਮੇਰੀ ਬੇਨਤੀ ਹੈ ਕਿ ਜਿੰਨਾ ਕੋਈ ਨਾਮ ਵਿੱਚ ਜੁੜੇਗਾ, ਮਹਾਰਾਜ ਕਹਿੰਦੇ ਨੇ, ਨਾਮ ਨਾਲ ਜੁੜਿਆ ਤੇਰੇ ਅੰਦਰ ਦੀ ਉਹ ਵਾਸ਼ਨਾ ਦੇ ਫੁਰਨਿਆਂ ਤੋਂ ਮੁਕਤ ਹੋ ਜਾਏਗਾ। ਗੁਰ ਕੈ ਸ਼ਬਦ ਆਰਾਧੀ ਹੈ, ਨਾਮ ਰੰਗ, ਨਾਮ ਨਾਲ ਪ੍ਰੇਮ ਬਣ ਜਾਏ, ਉਹਦੇ ਪ੍ਰੇਮ ਵਿੱਚ ਰਤਿਆ ਹੋਇਆਂ ਸਤਿਗੁਰੂ ਸ਼ਬਦ ਵਰਤਿਆ ਬੈਰਾਗ, ਆਪਣੇ ਆਪ ਤੇਰੇ ਅੰਦਰ ਉਪਰਾਮਤਾ ਆਉਣ ਲੱਗ ਪੈਗੀ। ਕਿਉਂਕਿ ਸ਼ਬਦ ਜਿਹੜਾ ਹੈ ਉਹ ਤੇਰੇ ਜੜ ਨੂੰ ਅੰਦਰੋਂ ਜੜ ਪੱਟ ਦੇਗਾ। ਉਹ ਫੁਰਨੇ ਜਿਹੜੇ ਵਾਸ਼ਨਾ ਦੇ ਉੱਠਦੇ ਨੇ, ਉਹਨਾਂ ਨੂੰ ਧੁਰ ਅੰਦਰ ਤੋਂ ਪੱਟ ਕੇ ਰੱਖ ਦੇਗਾ। ਹੁਣ ਉਹਦੀ ਥਾਂ ਤੇ ਸ਼ਬਦ ਆ ਜਾਣਾ। ਜਦੋਂ ਖਿਆਲ ਵੀ ਸ਼ਬਦ ਆ ਜਾਏਗਾ, ਗੁਰਮੁਖੋ ਸੱਚ ਇਹ ਵੇ ਸਾਰੇ ਝਗੜੇ ਦੀ ਜੜ ਹੀ ਸਾਡਾ ਫੁਰਨਾ ਹੈ। ਤੇ ਜਦੋਂ ਸ਼ਬਦ ਫੁਰਨੇ ਨੂੰ ਕਾਬੂ ਕਰ ਲਏਗਾ, ਫੁਰਨੇ ਵੀ ਸ਼ਬਦ ਵਸ ਜਾਏਗਾ, ਉਦੋਂ ਬਾਕੀ ਮਲੀਨਤਾ ਵਾਲਾ ਫੁਰਨਾ ਹੀ ਨਹੀਂ ਉੱਠਣਾ। ਗੁਰੂ ਸਾਹਿਬ ਕਹਿੰਦੇ ਆ, ਨਾਮ ਦੇ ਪ੍ਰੇਮ ਵਿੱਚ ਗੁਰ ਕੈ ਸ਼ਬਦ ਆਰਾਧੀ ਹੈ, ਨਾਮ ਰੰਗ ਬੈਰਾਗ, ਇਸ ਵਿੱਚੋਂ ਫਿਰ ਉਪਰਾਮਤਾ ਆਵੇਗੀ। ਜੀਤੇ ਪੰਚ ਬੈਰਾਈਆ, ਉਂਝ ਜਿੱਤੇ ਨਹੀਂ ਜਾਂਦੇ, ਬੜੇ ਔਖੇ ਜੇ। ਸਤਿਗੁਰੂ ਨੇ ਇਹਨਾਂ ਪੰਜਾਂ ਨੂੰ ਵੀ ਸ਼ਲੋਕ ਸਹਿਸਕ੍ਰਿਤੀ 'ਚ ਕਿਹਾ ਨਾ, ਹੇ ਜਨਮ ਮਰਨ ਮੂਲੰਗ ਅਹੰਕਾਰੰਗ ਪਾਪ ਆਤਮਾ, ਹੇ ਕਾਮੰਗ ਨਰਕ ਵਿਸ਼ਰਾਮੰਗ ਬਹੁ ਜੋਨੀ ਪਰਮਾਵਣੈ, ਹੇ ਲੋਭਾ ਲੰਪੜ ਸੰਗ ਸਿਰ ਮੋਰੈ ਅਨਕ ਲਹਿਰੀ ਕਾਲੋਲ ਤੇ, ਹੇ ਕਲ ਮੂਲ ਕ੍ਰੋਧੰ
ਕਦੰਚ ਕਰੁਣਾ ਨਾ ਉਪਰਜਤੇ। ਮਹਾਰਾਜ ਸ਼ਬਦ ਵਰਦੇ ਆ, ਹੇ ਅਜਿਤ ਸੂਰ ਸੰਗਰਾਮ, ਨਾ ਜਿੱਤਣ ਵਾਲਾ ਸੂਰਮਾ ਮੋਹ। ਕਾਮ ਕ੍ਰੋਧ ਲੋਭ ਮੋਹ, ਪੰਜਾਂ ਨੂੰ ਕਿਹਾ ਬੜੇ ਜ਼ਬਰਦਸਤ ਵੈਰੀ ਨੇ, ਪਰ ਗੁਰੂ ਸਾਹਿਬ ਕਹਿੰਦੇ ਜਿੱਤੇ ਜਾਂਦੇ ਆ। ਪਰ ਆ ਪਹਿਲੀ ਸ਼ਰਤ, ਜਿਹੜਾ ਨਾਮ ਵੀ ਜੁੜੇਗਾ, ਬਾਣੀ ਵੀ ਜੁੜੇਗਾ, ਇਸ ਪ੍ਰਭੂ ਦੇ ਪ੍ਰੇਮ ਵਿੱਚ ਰਤਿਆ ਜਾਏਗਾ। ਪ੍ਰੇਮ ਐਸਾ ਹੈ ਜਿਹੜਾ ਅੰਦਰੋਂ ਇਹਨਾਂ ਨੂੰ ਜਿੱਤਣ ਦੀ ਤਾਕਤ ਦਿੰਦਾ ਹੈ। ਆਓ ਇੱਕ ਸ਼ਬਦ ਅਸੀਂ ਪੜ੍ਹੀਏ। ਮਹਾਰਾਜ ਦਾ ਬਚਨ ਹੈ ਕਿ ਧਾਮੂ ਦਸ਼ਾ ਅਨੇਕ, ਪ੍ਰੇਮ ਪ੍ਰਭ ਕਾਰਨੇ। ਪੰਚ ਸਤਾਵੇਂ ਦੂਤ ਕਵਨ ਬਿਦ ਮਾਰਨੇ। ਕਿਵੇਂ ਇਹਨਾਂ ਨੂੰ ਜਿੱਤਿਆ ਜਾਏ? ਹਜ਼ੂਰ ਕਹਿੰਦੇ ਤੇਰੇ ਪ੍ਰੇਮ ਦੇ ਵਿੱਚ ਮੈਂ ਦਸੀ ਪਾਸੀ ਭਟਕਣਾ ਪਿਆ। ਧਾਮੂ ਦਸ਼ਾ ਅਨੇਕ, ਪ੍ਰੇਮ ਪ੍ਰਭ ਕਾਰਨੇ। ਪੰਚ ਸਤਾਵੇਂ ਦੂਤ ਕਵਨ ਬਿਦ ਮਾਰਨੇ। ਤੀਖਣ ਬਾਣ ਚਲਾਏ, ਨਾਮ ਪ੍ਰਭ ਧਿਆਈਐ। ਹਰ ਹਾਂ ਮਾਂ ਬਿਖਾਦੀ ਘਾਤ, ਪੂਰਨ ਗੁਰ ਪਾਈਐ। ਫੁਨੇ ਮਹਾਰਾਜ ਦਾ ਕਹਿੰਦੇ ਜਦੋਂ ਤੂੰ ਨਾਮ ਜਪਣਾ, ਨਾਮ ਜਪਣਾ ਤੀਰ ਹੈ, ਇਹਨਾਂ ਪੰਜਾਂ ਵਿਕਾਰਾਂ ਨੂੰ ਵਿੰਨ ਕੇ ਰੱਖ ਦੇਗਾ। ਹਾਂ, ਦੂਸਰੀ ਗੱਲ, ਇੱਕ ਬਚਨ ਮਹਾਰਾਜ ਦਾ ਹੋਰ ਜੀ, ਪੰਜਾਂ ਨੂੰ ਜਿੱਤਣ ਲਈ। ਮੈਂ ਕਹਿ ਤਾਂ ਦਿੱਤਾ ਵੀ ਪੰਜਾਂ ਨੂੰ ਜਿੱਤਣਾ ਬੜਾ ਬਸ ਜੀ ਸ਼ਬਦ ਨਾਲ ਜਿੱਤੇ ਜਾਣੇ ਨੇ। ਸੱਚੀ ਜੇ ਜਦੋਂ ਬੰਦਾ ਅਧਿਆਤਮਿਕ ਜੀਵਨ ਚੱਲਦਾ ਹੈ, ਹਰ ਬੰਦੇ ਨੂੰ ਆਪਣੇ ਅੰਦਰ ਦਾ ਪਤਾ ਹੈ। ਇਹ ਉਮਰ ਦੀ ਪਰਵਾਹ ਨਹੀਂ ਜੇ ਕਰਦੇ। ਜੇ ਕਹੋ ਨਾ ਜੀ ਇਹ ਉਮਰ ਦੀ ਪਰਵਾਹ ਕਰਦੇ ਆ, ਨਿੱਕਾ ਜਿਹਾ ਬੱਚਾ ਹੈ ਜੀ, ਇਹ ਤੁਹਾਨੂੰ ਬਜ਼ੁਰਗ ਹੋ ਗਿਆ ਜੀ, ਇਹਦੇ ਅੰਦਰ। ਸੱਚੀ ਮੇਰੀ ਬੇਨਤੀ ਜੇ ਕਿ ਬੰਦਾ ਹਸਪਤਾਲ ਵਿੱਚ ਪਿਆ ਹੋਵੇ, ਬੋਲ ਵੀ ਨਾ ਸਕੇ, ਇਹ ਐਡੇ ਚੰਦਰੇ ਨੇ, ਜਿਹਦੇ ਬੰਦੇ ਦੇ ਅੰਗ ਵੀ ਨਹੀਂ ਹਿਲਦੇ, ਉਹਦੇ ਉੱਤੇ ਵੀ ਕਬਜ਼ਾ ਕਰੀ ਭਰੇ ਆ। ਕਾਬੂ ਕਿੱਥੇ ਹੁੰਦੇ ਆ ਜੀ? ਮਹਾਰਾਜ ਨੇ ਬਾਣੀ 'ਚ ਇੱਕ ਬਚਨ ਕਿਹਾ, ਪੁੰਡਰ ਕੇਸ ਕੁਸਮ ਤੇ ਧੌਲੇ, ਸਪਤ ਪਤਾਲ ਕੀ ਬਾਣੀ। ਕੇਸ ਦੁੱਧ ਵਰਗੇ ਚਿੱਟੇ ਆ, ਬੋਲਦਾ ਜਿਵੇਂ ਸਤਵੇਂ ਆਕਾਸ਼, ਸਤਵੇਂ ਪਤਾਲ 'ਚੋਂ ਆਵਾਜ਼ ਆਉਂਦੀ। ਪੁੰਡਰ ਕੇਸ ਕੁਸਮ ਤੇ ਧੌਲੇ, ਸਪਤ ਪਤਾਲ ਕੀ ਬਾਣੀ। ਲੋਚਨ ਸ਼ਰਮੈ ਬਲ ਬੁੱਧ ਨਾਠੀ, ਤਾਂ ਕਾਮ ਪਵਸ ਮਦਾਨੀ। ਅੱਖਾਂ 'ਚ ਪਾਣੀ, ਕੰਨਾਂ 'ਚ ਆਵਾਜ਼ ਕੋਈ ਨਹੀਂ ਪੈਂਦੀ ਪਈ, ਕੇਸ ਚਿੱਟੇ ਨੇ। ਮਹਾਰਾਜ ਕਹਿੰਦੇ ਨੇ ਮੰਜੇ ਤੇ ਬੈਠੇ ਹੋਏ ਬੰਦੇ ਅੰਦਰ ਵੀ ਇਹ ਆਪਣੀ ਮਧਾਣੀ ਪਾਈ ਬੈਠੇ, ਰਿੜਕੀ ਜਾਂਦੇ ਆ। ਹਾਂ, ਜੇ ਨਾਮ ਨਾ ਜਪਿਆ ਜਾਏ ਫਿਰ ਕੀ ਕਰੀਏ? ਮੰਨ ਲਓ ਇਹ ਕਾਬੂ ਨਹੀਂ ਆਉਂਦੇ, ਬਹੁਤ ਤੰਗ ਕਰਦੇ ਆ, ਇਹ ਏਡੇ ਚੰਦਰੇ ਆ, ਇਹ ਬੀਤੇ ਹੋਏ ਭੋਗਾਂ ਵਿੱਚੋਂ ਵੀ ਫੁਰਨੇ ਪੈਦਾ ਕਰ ਕਰਕੇ ਮਨ ਨੂੰ ਉਤਸ਼ਾਹਿਤ ਕਰੀ ਜਾਂਦੇ, ਬੀਤੀਆਂ ਯਾਦਾਂ ਨੂੰ। ਫਿਰ ਮਹਾਰਾਜ ਕਹਿੰਦੇ ਇੱਕ ਕੰਮ ਕਰ, ਜੇ ਤੇਰੇ ਤੋਂ ਗੱਲ ਨਹੀਂ ਨਾ ਬਣਦੀ, ਕਿਸੇ ਉਹਦੇ ਤੋਂ ਅਰਦਾਸ ਕਰਾ ਲੈ ਜਿਹਨੇ ਅੰਦਰ ਨੂੰ ਕਾਬੂ ਪਾਇਆ ਹੋਵੇ। ਇੱਕ ਸ਼ਬਦ ਹੈ ਜੀ, ਰਾਖ ਪਿਤਾ ਪ੍ਰਭ ਮੇਰੇ। ਤੁਸੀਂ ਦੇਖੋ ਇਹ 'ਚ ਅਰਦਾਸ ਹੈ, ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ। ਪੰਚ ਬਿਖਾਦੀ ਏਕ ਗਰੀਬਾ। ਮਾਰਨ ਵਾਲੇ ਪੰਜਾਂ ਤੇ ਗਰੀਬ ਫਸ ਗਿਆ ਇਹਦੇ ਵਿੱਚ। ਇੱਕ ਹੁੰਦਾ ਸ਼ਬਦ ਪੜ੍ਹਨਾ, ਇੱਕ ਹੁੰਦਾ ਸੱਚੀ ਮੁੱਚੀ ਅੰਦਰੋਂ ਤੁਰ ਅੰਦਰ ਤੋਂ ਇਸ ਦੁੱਖ ਨੂੰ ਮਹਿਸੂਸ ਕਰਕੇ ਅਰਦਾਸ ਕਰਨੀ। ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ। ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਖੇਦ ਕਰਾਂ ਔਰ ਬਹੁਤ ਸੰਤਾਂ ਬੜਾ ਤੰਗ ਕਰਦੇ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਸੱਚੀ ਮੁੱਚੀ ਤੰਗ ਇੰਨਾ ਕਰਦੇ ਨੇ, ਪੁੱਛੋ ਕੁਝ ਨਾ। ਖੇਦ ਕਰੇ ਅਰ ਬਹੁਤ ਸੰਤਾਵੇਂ, ਆਇਓ ਸ਼ਰਨ ਤੁਹਾਰੇ। ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਛੋੜੈ ਕਤਹੂ ਨਹੀਂ। ਏਕ ਬਾਤ ਸੁਣ ਤਾਕੀ ਓਟਾ, ਸਾਧ ਸੰਗ ਮਿਟ ਜਾਏ। ਯਾਦ ਰੱਖੋ ਅਰਦਾਸ ਸ਼ੁਰੂ ਹੋਈ ਹੈ ਰਾਖ ਪਿਤਾ ਪ੍ਰਭ ਮੇਰੇ। ਉਸ ਤੋਂ ਅਗਲੀ ਮਹਾਰਾਜ ਬਚਨ ਕਰ ਰਿਹਾ, ਕਰ ਕਰ ਹਾਰਿਓ ਅਨਕ ਬਹੁ ਭਾਂਤੀ। ਬੜੇ ਯਤਨ ਕੀਤੇ ਪਰ ਇਹ ਕਾਬੂ ਹੀ ਕੋਈ ਨਹੀਂ ਆਉਂਦੇ ਪਏ। ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਛੋੜੈ ਕਤਹੂ ਨਹੀਂ। ਏਕ ਬਾਤ ਸੁਣ ਤਾਕੀ ਓਟਾ, ਸਾਧ ਸੰਗ ਮਿਟ ਜਾਈ। ਮਹਾਰਾਜ ਇਕੱਠ ਤਾਂ ਬੜਾ ਹੁੰਦਾ, ਕਹਿ ਲਗੇ ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ। ਇਹ ਇਕੱਲਾ ਕਹਿਣ ਮਾਤਰ ਨਹੀਂ ਸ਼ਬਦ। ਇਹਦਾ ਮਤਲਬ ਜਦੋਂ ਮੈਂ ਹਾਰ ਗਿਆ, ਮੈਂ ਬੜਾ ਕਿਹਾ ਵਾਹਿਗੁਰੂ ਮੈਨੂੰ ਰੱਖ ਲੈ, ਮੈਨੂੰ ਰੱਖ ਲੈ। ਮੇਰੀ ਮੰਦਰ ਦੀ ਬਿਰਤੀ ਇੰਨੀ ਕੁ ਮਲੀਨ ਸੀ ਕਿ ਮੇਰੀ ਆਵਾਜ਼ ਪਹੁੰਚਦੀ ਨਹੀਂ। ਮੈਂ ਸੁਣਿਆ ਵੀ ਇਹ ਨਹੀਂ ਛੱਡਦੇ। ਹੁਣ ਵੇਖੋ ਇਹ ਸਾਰੇ ਯਤਨ ਨੇ, ਇਹ ਐਵੇਂ ਨਹੀਂ ਵੀ ਸਟੇਜ ਤੇ ਬਹਿ ਗਏ ਤੇ ਸ਼ਬਦ ਪਾ ਲਿਆ। ਮਹਾਰਾਜ ਕਹਿੰਦੇ ਆ ਬੜੇ ਯਤਨ ਕੀਤੇ। ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਛੋੜੈ ਕਤਹੂ ਨਹੀਂ। ਏਕ ਬਾਤ ਸੁਣ ਤਾਕੀ ਓਟਾ, ਸਾਧ ਸੰਗ ਮਿਟ ਜਾਹੀ। ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ। ਉਹਨਾਂ ਕਿਹਾ ਹੁਣ ਥੋੜ੍ਹਾ ਜਿਹਾ ਧੀਰਜ ਰੱਖ। ਸੱਚਮੁੱਚ ਜੀ ਮੈਂ ਇੱਕ ਵਾਰ ਕਿਹਾ ਸੀ ਕਿ ਗੁਰੂ ਸਾਹਿਬ ਬਖਸ਼ਿਸ਼ ਕਰਨ। ਸੱਚ ਇਹ ਜੇ
ਭਾਵੇਂ ਬਹੁ ਗਿਣਤੀ ਵਿੱਚ ਕੋਈ ਸ਼ੱਕ ਨਹੀਂ, ਪਖੰਡ ਹੈ, ਪਰਪੰਚ ਹੈ, ਬੇਈਮਾਨੀ ਹੈ, ਚੋਰੀ ਹੈ। ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਜਿੰਨੀ ਦੇਰ ਤੱਕ ਧਰਤੀ ਰਹਿ ਗਈ ਇਹਨੇ ਹਰ ਹਾਲਤ ਵਿੱਚ ਹੀ ਰਹਿਣਾ ਹੈ। ਇਹਨਾਂ ਕਲਪੀਏ ਨਾ, ਆਪਾਂ ਇਸ ਸੁਰਮੇ ਵਾਲੀ ਕੋਠੜੀ ਚੋਂ ਕਿਵੇਂ ਨਿਕਲਣਾ। ਹੁਣ ਮੈਂ ਕਈ ਵਾਰੀ ਕਹਿਣਾ, ਅਸੀਂ ਕਹਿੰਦੇ ਗੁਰੂ ਸਾਹਿਬ ਦੇ ਵੇਲੇ ਬੜਾ ਵਧੀਆ ਸਮਾਂ ਸੀ ਜੀ। ਜਿਹੜਾ ਸ਼ਬਦ ਤੁਸੀਂ ਆ ਸਾਰੀ ਪੜ੍ਹਨਾ ਅਸੀਂ ਜਦੋਂ ਸ਼ੁਰੂ ਕਰਨਾ, ਕੱਲ ਕਾਤੀ ਰਾਜੇ ਕਸਾਈ 500 ਸਾਲ ਪਹਿਲਾਂ ਵੀ ਪੜ੍ਹੀਂਦਾ ਪਿਆ ਸੀ, ਹੁਣ ਪੜ੍ਹੀਂਦਾ ਸੀ, ਉਦੋਂ ਵੀ ਇਹ ਪਾਪ ਸੀ, ਹੁਣ ਵੀ ਇਹ ਪਾਪ ਹੈ। ਇਹ ਨਹੀਂ ਕਿ ਪਾਪਾਂ ਨੂੰ ਆਪਾਂ ਕੋਈ ਉਤਸ਼ਾਹ ਦੇ ਰਹੇ, ਇਹ ਰੱਬ ਦੀ ਰਚੀ ਕੋਈ ਰਚਨਾ ਹੈ। ਹੁਣ ਇੱਥੇ ਮਹਾਰਾਜ ਕਹਿੰਦੇ ਆ, ਜਦੋਂ ਸੱਚਮੁੱਚ ਭਗਜਨੀਕ ਪੁਰਸ਼ ਜੁੜਿਆ ਹੋਇਆ ਅੰਦਰ, ਟਿਕਿਆ ਹੋਇਆ ਅੰਦਰ ਮਿਲਦਾ ਹੈ, ਪੁੱਛੋ ਕੋਈ ਨਾ। ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ, ਇਸ ਵਾਰ ਮੈਂ ਮਸਤੂਆਣੇ ਗਿਆ ਤੇ ਇਹ 'ਚ ਕੋਈ ਖੌਫ ਨਹੀਂ। ਬੜੇ ਸ਼ਬਦ ਕਹਿਣਗੇ ਤੇ ਸਾਧਾਂ ਦੇ ਚਾਟੜੇ, ਯਾਦ ਰੱਖਿਓ ਅਰਦਾਸ ਇੱਕੋ ਹੀ ਕਰਨੀ ਆ, ਦਾਤਾ ਸਾਕਤਾਂ ਦੇ ਚਾਟੜੇ ਕਦੀ ਨਾ ਬਣਾਈ। ਉੱਥੇ ਅਸੀਂ ਗਏ ਜੀ, ਕਥਾ ਕੀਤੀ ਤੇ ਮੈਨੂੰ ਗੱਲ ਯਾਦ ਆ ਗਈ। ਭਾਈ ਕਾਨ ਸਿੰਘ ਨਾਭਾ ਉਹ ਵਿਦਵਾਨ ਤੁਸੀਂ ਸਮਝਦੇ ਹੋ, ਉਹ ਨੇੜੇ ਰਹਿ ਵੀ। ਉਹਨੇ ਇੱਕ ਗੱਲ ਬੜੀ ਪਿਆਰੀ ਕਿ ਉਹ ਕਹਿੰਦੇ ਨੇ, ਮੈਂ ਜੋ ਅੱਜ ਲਿਖਣ ਲੱਗਾ ਤੇ ਬਾਬਾ ਜੀ ਦੇ ਭੋਗ ਤੇ ਲਿਖਿਆ ਉਹਨੇ, ਤੇ ਦਾਸ ਕੋਲ ਉਹ ਹੈ ਜੀ, ਉਹਦੇ 'ਚੋਂ ਲਿਖਦੇ ਆ, ਕਹਿੰਦੇ ਨੇ ਜੋ ਮੈਂ ਲਿਖਣ ਲੱਗਾ ਤੁਸੀਂ ਇਸ ਢੰਗ ਨਾਲ ਨਾ ਪੜ੍ਹਿਓ ਵੀ ਮੈਂ ਵਿਦਵਾਨ ਹਾਂ ਤੇ ਬਟਰਿੰਗ ਕਰ ਰਿਹਾ। ਮੈਂ ਤੁਹਾਨੂੰ ਸੱਚ ਦੱਸਣਾ, ਕਹਿੰਦੇ ਜਦੋਂ ਵੀ ਮੈਂ ਉਹਨਾਂ ਨੂੰ ਮਿਲਿਆ, ਜਦੋਂ ਉਹ ਕਿਤੇ ਵਾਜਾ ਪਕੜ ਕੇ ਕੀਰਤਨ ਕਰਦੇ ਸਨ ਤੇ ਮੈਨੂੰ ਇੰਝ ਲੱਗਦਾ ਸੀ ਗੁਰੂ ਨਾਨਕ ਦੇ ਦਰਗਾਹੀ ਕੀਰਤਨੀਆਂ ਧਰਤੀ ਤੇ ਉਤਰ ਕੇ ਸ਼ਬਦ ਦੀ ਸ਼ਹਿਬਰ ਲਾ ਰਿਹਾ ਹੈ। ਦੂਸਰੀ ਗੱਲ ਕਹਿੰਦੇ ਨੇ, ਜਦੋਂ ਉਹ ਬੈਠੇ ਹੋਏ ਜਗਿਆਸੂਆਂ ਨੂੰ ਨਾਮ ਦੀ ਗੱਲ ਸੁਣਾਉਂਦੇ ਆ ਤੇ ਮੈਨੂੰ ਉਦੋਂ ਇੰਝ ਪ੍ਰਤੀਤ ਹੁੰਦਾ ਸੀ, ਕਹਿੰਦਾ ਮੈਂ ਖੁਦ ਤੁਹਾਨੂੰ ਦੱਸਣਾ ਕਿ ਜਦੋਂ ਮੈਂ ਉਹਨਾਂ ਕੋਲ ਬੈਠਦਾ ਸਾਂ, ਉਹ ਨਾ ਵੀ ਬੋਲਣ, ਉਹਨਾਂ ਦੇ ਕੋਲ ਬੈਠਣ ਨਾਲ ਵੀ ਅੰਦਰ ਦੇ ਫੁਰਨੇ ਮਰਨ ਲੱਗ ਪੈਂਦੇ ਸਨ। ਮੈਂ ਉਸ ਦਿਨ ਕਿਹਾ ਸੀ, ਹਰ ਇੱਕ ਦੇ ਅੰਦਰ ਦੀ ਜਿਹੜਾ ਔਰਾ ਹੈ ਨਾ, ਉਹ ਆਪੋ ਆਪਣਾ ਅਸਰ ਰੱਖਦਾ ਜੀ, ਚੰਗਾ ਹੋਵੇ ਮੰਦਾ। ਗੁਰੂ ਨਾਨਕ ਸਾਹਿਬ ਦਾ ਔਰਾ ਇੰਨਾ ਜ਼ਬਰਦਸਤ ਸੀ। ਯਾਦ ਰੱਖੋ, ਭਾਈ ਸਾਹਿਬ ਗੁਰਦਾਸ ਸਾਹਿਬ ਨੇ ਕਿਹਾ, ਔਰਾ ਸ਼ਬਦ ਆਪ ਸਮਝਦੇ ਹੋ ਨਾ ਜੀ, ਬੋਡੀ ਚੋਂ ਨਿਕਲਦੀਆਂ ਆਬਾ ਮੰਡਲ ਜਾਂ ਵੇਵ ਸ਼ਬਦ ਸੌਖਾ ਵਰਤੋ। ਇੰਨਾ ਔਰਾ ਜ਼ਬਰਦਸਤ ਸੀ ਗੁਰੂ ਨਾਨਕ ਸਾਹਿਬ ਦਾ ਕਿ ਪੂਰੇ ਦਾ ਪੂਰਾ ਬਗਦਾਦ ਔਰੇ ਦੇ ਪ੍ਰਭਾਵ ਥੱਲੇ ਆ ਗਿਆ ਸੀ। ਸੁਨ ਮੁਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਇਹਨੂੰ ਬਾਣੀ ਨੇ ਮੰਨਿਆ। ਕਬੀਰ ਸੋਈ ਮੁਖ ਧਨ ਹੈ ਜੇ ਮੁਕਈਆ ਰਾਮ, ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏਗੋ। ਆਪਾਂ ਤਾਂ ਕਹਾਂਗੇ ਵੀ ਗ੍ਰਾਮ ਵਿੱਚ ਤੇ ਪਾਪੀ ਵੀ ਰਹਿੰਦੇ ਨੇ। ਪਵਿੱਤਰ ਹੋਏਗੋ ਗ੍ਰਾਮ ਦਾ ਅਰਥ ਹੈ ਬੰਦਗੀ ਵਾਲੇ ਦਾ ਔਰਾ ਆਪਣਾ ਪਸਾਰਾ ਪੂਰੇ ਸ਼ਹਿਰ ਤੇ ਕਰ ਜਾਂਦਾ। ਉਂਝ ਇਸ ਔਰੇ ਨੂੰ ਸਮਝਦਾ ਪੰਛੀ ਬੜਾ ਸਮਝਦਾ ਜੀ ਸਾਡੇ ਗੁਰਮੁਖ। ਚਲੋ ਅਰਥ ਮੈਂ ਕਿਸੇ ਤੇ ਕੋਈ ਤਰਕ ਨਹੀਂ ਕਰਨਾ। ਚਿੜੀ ਚੌਕੀ ਪਉ ਫੁੱਟੀ ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ। ਅਰਥੇ ਕੀਤੇ ਜਾਂਦੇ ਆ ਜੀ, ਚਿੜੀਆਂ ਚਹਿਕਦੀਆਂ ਨੇ ਸਵੇਰੇ ਨੇ, ਆਪਣਾ ਜੀ ਹਵਾ ਠੰਡੀ ਠੰਡੀ ਚੱਲਦੀ ਏ ਤੇ ਰੱਬ ਦੇ ਸੰਤ ਜਨ ਜਿਹੜੇ ਨੇ ਜੁੜੇ ਨੇ ਗੁਰਮੁਖੋ, ਉਹ ਤਾਂ ਉਦੋਂ ਵੀ ਜੜੇ ਹੁੰਦੇ ਜਦੋਂ ਜਿੱਦਣ ਹਵਾ ਨਹੀਂ ਚੱਲਦੀ, ਜਿੱਦਣ ਗੁੰਮ ਲੱਗਾ ਹੁੰਦਾ ਭਾਦੋਂ 'ਚ ਵੀ ਜੁੜੇ ਆ। ਇੰਝ ਪ੍ਰਤੀਤ ਹੁੰਦਾ ਹੈ ਕਿ ਚਿੜੀ ਤੇ ਤਰੰਗ ਬੜੀ ਛੇਤੀ ਅਸਰ ਕਰਦੀ, ਉਹ ਚਹਿਕਦੀ ਹੈ। ਹੁਣ ਆਪਾਂ ਕਹਾਂਗੇ ਜੀ ਉਹ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹ ਔਰਾ ਇੰਨਾ ਜ਼ਬਰਦਸਤ। ਮੈਂ ਫਿਕਰ ਵਿਸ਼ੇ ਤੇ ਆਵਾਂ, ਕਹਿੰਦੇ ਨੇ ਇਸ ਤਰ੍ਹਾਂ ਲੱਗਣਾ ਅੰਦਰ ਧੁੱਪ ਜਾਣਾ। ਅਗਲੀ ਗੱਲ ਕਹਿੰਦੇ ਨੇ, ਮੈਂ ਅੱਖਾਂ ਨਾਲ ਦੇਖੇ ਕਿ ਜਿੰਨਾ ਮਰਜੀ ਕੋਈ ਵਿਸ਼ੇ ਦਾ ਪੀੜਿਆ ਹੋਇਆ ਆਇਆ, ਜਦੋਂ ਉਹਨਾਂ ਦੀ ਸੰਗਤ ਵਿੱਚ ਉਪਦੇਸ਼ ਦਿੱਤਾ, ਮੈਨੂੰ ਇੰਝ ਲੱਗਣਾ ਗੁਰੂ ਨਾਨਕ ਦੇ ਘਰ ਦਾ ਵੈਦ ਜਿਹੜਾ ਅੰਦਰ ਦੇ ਅਸਾਧ ਰੋਗੀਆਂ ਦਾ ਕੋੜ ਦੂਰ ਕਰਨ ਆਇਆ ਹੈ। ਜਦੋਂ ਮੈਂ ਹੱਥਾਂ ਨਾਲ ਇੱਟਾਂ ਚੁੱਕਦਿਆਂ ਦੇਖਿਆ, ਮੇਰੇ ਮਨ ਨੇ ਕਿਹਾ ਇਦੋਂ ਵੱਡਾ ਸੇਵਾਦਾਰ ਕੋਈ ਨਹੀਂ। ਅਖੀਰ ਤੇ ਜਿਹੜੀ ਮੈਂ ਬੇਨਤੀ ਤੁਹਾਨੂੰ ਕਰਨੀ ਚਾਹੁੰਦਾ, ਉਹਨਾਂ ਨੇ ਅਤਰ ਸ਼ਬਦ ਦੇ ਅਰਥ ਕੀਤੇ। ਉਹ ਕੀਤੇ ਕਵਿਤਾ 'ਚ, ਕਿਉਂਕਿ ਭਾਈ ਕਾਨ ਸਿੰਘ ਨਾਭਾ ਕਵਿਤਾ ਵੀ ਕਰ ਲੈਂਦੇ ਸਨ। ਉਹਦੇ ਵਿੱਚ ਉਹਨਾਂ ਦਾ ਇੱਕ ਬਚਨ ਹੈ, ਉਹ ਲਿਖਦੇ ਆ, ਸਦਾ ਪ੍ਰਫੁੱਲ ਸੁਵਾਸਨਾ। ਸੁਣਿਓ ਇਸ ਬੇਨਤੀ ਮੈਂ ਅਰਥ ਕਰ ਦਿਆਂਗਾ। ਸਦਾ ਪ੍ਰਫੁੱਲ ਸੁਵਾਸਨਾ ਦਾਇਕ ਆਠੋ ਜਾਮ,
ਮੰਦ ਵਾਸ਼ਨਾ ਪਰ ਹਰੀ ਅਤਰ ਸਿੰਘ ਇਮਨਾਮ। ਅਰਥ ਕੀ ਨੇ? ਸਦਾ ਪ੍ਰਫੁੱਲ ਸੁਵਾਸਨਾ। ਗੁਰਬਾਣੀ ਚ ਵਾਸ਼ਨਾ ਨਾਮ ਲਈ ਵੀ ਆਇਆ ਹੈ। ਆਪ ਯਾਦ ਰੱਖਿਓ, ਵਾਸ਼ਨਾ ਕੇਵਲ ਨੈਗੇਟਿਵ ਅਪਰੋਚ ਨਹੀਂ ਰੱਖਦਾ। ਜਦੋਂ ਆਪ ਪਾਠ ਕਰਦੇ ਹੋ ਇਹ ਮਹਾਰਾਜ ਜੀ ਦਾ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚਰਨਾ, ਲੱਭ ਲੋਭ ਅਹੰਕਾਰ ਤੈ ਤਿਸ਼ਨਾ, ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ। ਆ ਹਰ ਵਾਸ਼ਨਾ ਸੁਵਾਸਨਾ ਹੈ, ਨਾਮ ਦੀ ਸੁਗੰਧੀ। ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸ਼ਨਾ ਸਮਾਣੀ, ਜਿਹਨੂੰ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ। ਉਹ ਕਹਿੰਦਾ ਮੈਂ ਮਹਿਸੂਸ ਕੀਤਾ ਬੈਠਿਆਂ। ਮੈਂ ਤਾਂ ਇਸ ਕਰਕੇ ਕਹਿਣਾ ਪਿਆ, ਮੈਂ ਗਏ ਹੋਏ ਦੀ ਗੱਲ ਕਰ ਲਾਂਗਾ ਸਿੱਖ ਮੰਨ ਲੈਣਗੇ, ਜਿਉਂਦੇ ਦੀ ਗੱਲ ਕਰਾਂਗਾ ਤੇ ਨਿੰਦਿਆ ਸ਼ੁਰੂ ਹੋ ਜਾਣੀ। ਅਸਲੀਅਤ ਇਹ ਹਰ ਯੁੱਗ 'ਚ ਭਗਤ ਰਿਹਾ ਹੈ। ਉਹ ਲਿਖਦੇ ਨੇ ਸਦਾ ਪ੍ਰਫੁੱਲ ਸੁਵਾਸਨਾ, ਦਾਇਕ ਆਠੋ ਜਾਮ, ਹਮੇਸ਼ਾ ਹੀ ਨਾਮ ਦੀ ਵਾਸ਼ਨਾ ਵਿੱਚ ਪ੍ਰਫੁੱਲਤ ਸਨ। ਮੰਦ ਵਾਸ਼ਨਾ ਪਰ ਹਰੀ, ਗੰਦੀ ਵਾਸ਼ਨਾ ਦਾ ਫੁਰਰੇ ਨਹੀਂ ਸੀ ਉੱਠਦਾ। ਇਸ ਕਰਕੇ ਅਤਰ ਸਿੰਘ ਇਮਨਾਮ, ਉਹਨਾਂ ਨੇ ਆਪਣੇ ਨਾਮ ਨੂੰ ਸਫਲ ਕੀਤਾ। ਮੈਂ ਫਿਰ ਵਿਸ਼ੇ ਤੇ ਆਉਣ ਲੱਗਾ। ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਛੋੜੈ ਕਤਹੁ ਨਾਹੀ, ਇੱਕ ਬਾਤ ਸੁਣ ਤਾਕੀ ਓਟਾ, ਸਾਧ ਸੰਗ ਮਿਟ ਜਾਹੀ। ਕਰ ਕਿਰਪਾ ਸੰਤ ਮਿਲੇ ਮੋਹਿ, ਤਿਨ ਤੇ ਧੀਰਜ ਪਾਇਆ, ਸੰਤੀ ਮੰਤ ਦਿਓ ਮੋਹਿ ਨਿਰਭਉ, ਗੁਰ ਕਾ ਸ਼ਬਦ ਕਮਾਇਆ। ਹੁਣ ਸਿੱਧਾ ਨਹੀਂ ਸੀ ਹੋ ਸਕਦਾ ਰਾਖ ਪਿਤਾ ਪ੍ਰਭ ਮੇਰੇ, ਉੱਥੇ ਜੋੜਿਆ ਗੁਰੂ ਦੇ ਸ਼ਬਦ ਨਾਲ ਜੋੜਿਆ। ਮਹਾਰਾਜ ਕਹਿੰਦੇ ਆ ਗੁਰ ਕਾ ਸ਼ਬਦ ਕਮਾਇਆ, ਜੀਤ ਲੀਏ ਉਹ ਮਾਂ ਬਿਖਾਦੀ, ਜੀਤੇ ਪੰਚ ਬੈਰਾਈਆ, ਜੀਤ ਲੀਏ ਉਹ ਮਾਂ ਬਿਖਾਦੀ, ਸਹਿ ਸੁਹੇਲੀ ਬਾਣੀ, ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ, ਪਦ ਨਿਰਬਾਣੀ। ਇੱਥੇ ਬੇਨਤੀ ਹੈ ਭਾਈ, ਜੇ ਅੰਦਰ ਦੀ ਉਸ ਵਾਸ਼ਨਾ ਨੂੰ ਗੁਰੂ ਸਾਹਿਬ ਕਹਿੰਦੇ ਆ ਖਤਮ ਕਰਨਾ ਹੈ, ਖਤਮ ਵੈਸੇ ਨਹੀਂ ਹੁੰਦੀ, ਕਨਵਰਟ ਹੋ ਜਾਂਦੀ। ਮੈਂ ਖਤਮ ਚਲੋ ਸ਼ਬਦ ਵਰਤਿਆ, ਬਾਣੀ 'ਚ ਵੀ ਆਇਆ, ਕਨਵਰਟ ਹੋ ਜਾਏਗੀ, ਐਨਰਜੀ ਹੋਈ ਹੈ ਜੀ। ਗੁਰੂ ਸਾਹਿਬ ਕਹਿੰਦੇ ਗੁਰ ਕੈ ਸ਼ਬਦ ਆਰਾਧੀ ਹੈ, ਨਾਮ ਰੰਗ ਬੈਰਾਗ, ਜੀਤੇ ਪੰਚ ਬੈਰਾਈਆ, ਨਾਨਕ ਸਫਲ ਮਾਰੂ ਇਹ ਰਾਗ। ਜੇ ਪੰਜਾਂ ਵਿਕਾਰਾਂ ਨੂੰ ਜਿੱਤ ਗਿਆ ਫਿਰ ਤੂੰ ਸਮਝੀ ਸੱਚੀ ਮੁੱਚੀ ਤੇਰਾ ਮਾਰੂ ਰਾਗ ਜਿੱਤ ਦਾ ਰਾਗ ਗਾਇਆ ਸਫਲ ਹੈ। ਇਸ ਤੋਂ ਅਗਲਾ ਬਚਨ, ਜਾਂ ਇਹ ਵਾਹਿਗੁਰੂ ਜੀ, ਜਾਂ ਮੂੰਹ ਇੱਕ ਤਾਂ ਲੱਖ, ਤਉ ਤੇ ਨਹੀਂ ਵਿਸ਼ਰਾਮ ਲਾਇਆ, ਮੈਂ ਬੇਨਤੀ ਕਰਾਂਗਾ। ਇਹਦੇ ਵੀ ਅਰਥ, ਜਾਂ ਮੂੰਹ ਇੱਕ ਤਾਂ ਲੱਖ, ਤਉ ਜਿੱਤੀ ਪਿੰਨਣੇ ਦਰ ਕਿਤੜੇ। ਪਹਿਲਾ ਅਰਥ, ਜਾਂ ਦਾ ਅਰਥ ਹੈ ਜਦੋਂ, ਜਾਂ ਮੂੰਹ ਇੱਕ ਤਾਂ ਲੱਖ, ਜੇ ਮੇਰੇ ਵੱਲ ਇੱਕ ਪਰਮਾਤਮਾ ਹੈ, ਇੱਕ ਹੀ ਲੱਖਾਂ ਵਰਗਾ ਹੈ। ਆਪਾਂ ਭਾਵੇਂ ਵਿਸ਼ਰਾਮ ਤਉ ਤੇ ਲਾਣੇ ਹਨ। ਸੁਣਿਓ ਫਿਰ ਬੇਨਤੀ, ਜਾਂ ਮੂੰਹ ਇੱਕ ਤਾਂ ਲੱਖ, ਜੇ ਤੂੰ ਇੱਕ ਮੇਰੇ ਨਾਲ ਤਾਂ ਸਮਝ ਲੱਖ ਮੇਰੇ ਨਾਲ। ਅਗਲਾ, ਤਉ ਜਿੱਤੀ, ਇਹਦਾ ਅਰਥ ਹੈ ਤੇਰੇ ਵਰਗੇ। ਯਾਦ ਰੱਖਿਓ ਪ੍ਰੋਫੈਸਰ ਸਾਹਿਬ ਸਿੰਘ ਨੇ ਇਹਦਾ ਅਰਥ ਕੀਤਾ, ਤਉ ਜਿੱਤੀ ਦਾ ਅਰਥ ਤੇਰੀ ਸ੍ਰਿਸ਼ਟੀ। ਪਰ ਇਹ ਸੰਬੋਧਨ ਬਾਹਮਣ ਨੂੰ ਕੀਤਾ ਜਾ ਰਿਹਾ, ਸ੍ਰਿਸ਼ਟੀ ਨੂੰ ਨਹੀਂ। ਉਹਨੂੰ ਮੁਖਾਤਬ ਕੀਤਾ, ਬਾਹਮਣ ਬਿਰਥਾ ਗਇਓ ਜਨਮ ਅੱਗੇ ਹੋਣਾ। ਮਹਾਰਾਜ ਕਹਿੰਦੇ ਆ, ਜਾਂ ਮੂੰਹ ਇੱਕ ਤਾਂ ਲੱਖ, ਜੇ ਇੱਕ ਪਰਮਾਤਮਾ ਮੇਰੇ ਵਾਲ ਤੇ ਇੱਕ ਹੀ ਲੱਖਾਂ ਵਰਗਾ। ਤਉ ਜਿੱਤੀ ਪਿੰਨਣੇ ਦਰ ਕਿਤੜੇ, ਪਿੰਨਣੇ ਦਾ ਅਰਥ ਹੈ ਮੰਗਣੇ, ਮੰਗਤੇ। ਦਰ ਦਾ ਅਰਥ ਹੈ ਦਰ ਉੱਤੇ, ਕਿਤੜੇ ਦਾ ਅਰਥ ਹੈ ਬਹੁਤ ਜ਼ਿਆਦਾ। ਕੁਛ ਮਹਾਂਪੁਰਸ਼ ਸੰਪਰਦਾਈ ਗੁਰਮੁਖੀ ਦਾ ਅਰਥ ਕਰਦੇ ਆ ਜੀ ਕਿ ਬ੍ਰਾਹਮਣ ਆਇਆ, ਉਹਨੇ ਮਹਾਰਾਜ ਜੀ ਤੋਂ ਕੁਝ ਮੰਗਿਆ, ਸਤਿਗੁਰਾਂ ਨੇ ਪਦਾਰਥ ਦਿੱਤੇ, ਉਹਨੇ ਇੱਕ ਤਰਕ ਜਿਹਾ ਕੀਤਾ, ਥੋੜ੍ਹੇ ਹੋਣ ਕਰਕੇ ਕਹਿੰਦਾ ਦੇਖੋ ਜੀ ਤੁਹਾਨੂੰ ਵੀ ਤਾਂ ਸਿੱਖ ਦਿੰਦੇ ਨੇ। ਮਹਾਰਾਜ ਅੱਗੋਂ ਕਹਿੰਦੇ ਆ ਨਹੀਂ ਭਾਈ, ਮੈਂ ਤਾਂ ਰੱਬ ਦੇ ਦਰ ਤੇ ਮੰਗਣਾ, ਜਿੱਦੋਂ ਤੋਂ ਮੈਂ ਮੰਗਣਾ ਉਹਦੇ ਦਰ ਤੇ ਤੇਰੇ ਵਰਗੇ ਕਿੰਨੇ ਮੰਗਤੇ ਖਲੋਤੇ ਹੋਏ ਆ। ਫਿਰ ਇਸ ਨੂੰ ਸੁਣਿਓ ਬੇਨਤੀ, ਜਾਂ ਮੂੰਹ ਇੱਕ ਤਾਂ ਲੱਖ, ਜੇ ਤਉ ਅਰਥ ਕਰਾਂਗੇ ਮੇਰਾ ਖਿਆਲ ਵਿਸ਼ਰਾਮ ਇੱਧਰ ਲਾ ਕੇ ਚਲੋ ਪਾਠ ਦੇ ਮਾਤਰਾ ਤੇ ਪੂਰੀ ਹੋਵੇਗੀ। ਪਰ ਜੇ ਤੂੰ ਇੱਕ ਮੇਰੇ ਨਾਲ ਤਾਂ ਲੱਖਾਂ ਮੇਰੇ ਨਾਲ, ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਵਾਦ। ਜਾਂ ਮੂੰਹ ਇੱਕ, ਜਦੋਂ ਤੂੰ ਮੇਰੇ ਨਾਲ ਇੱਕ ਹੈ ਤਾਂ ਲੱਖ, ਸਮਝੋ ਲੱਖਾਂ ਮੇਰੇ ਨਾਲ। ਤਉ ਜਿੱਤੀ ਪਿੰਨਣੇ ਦਰ ਕੇਤੜੇ, ਤੇਰੇ ਵਰਗੇ। ਸੰਪਰਦਾਈ ਟੀਕੇ ਵੀ ਇਹ ਕੀਤਾ ਜੀ, ਤੇਰੇ ਵਰਗੇ।
ਉਹ ਉੱਥੇ ਭਾਵੇਂ ਜਿੱਤੀ ਦਾ ਅਰਥ ਉਹਨਾਂ ਵਰਗੇ ਕੀਤਾ ਜੀ। ਤੇਰੇ ਵਰਗੇ ਪਿੰਨਣੇ ਮੰਗਤੇ ਦਰ ਕੇਤੜੇ ਬਾਮਣ ਬਿਰਥਾ ਗਇਓ ਜਨਮ ਜਿਨ ਕੀਤੋ ਸੋ ਵਿਸਰੈ। हे ਬ੍ਰਾਹਮਣ, ਭਾਵੇਂ ਤੇਰੀ ਕੁੱਲ ਉੱਚੀ ਏ, ਜਿਸ ਰੱਬ ਨੇ ਤੈਨੂੰ ਇੰਨਾ ਕੋਈ ਦਿੱਤਾ, ਜੇ ਯਾਦ ਨਾ ਕੀਤਾ ਤੇ ਤੇਰਾ ਬਾਹਮਣ ਵਾਲਾ ਜਨਮ ਵੀ ਵਰਤ ਚਲਾ ਗਿਆ। ਇਹਦਾ ਮਤਲਬ ਕਿ ਇੱਕ ਪਰਮਾਤਮਾ ਨਾਲ ਤੇ ਸਭ ਕੁਝ ਨਾਲ। ਅਸੀਂ ਜਦੋਂ ਪਾਠ ਕਰਨੇ ਆ, ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵੀ ਖਾਏ ਖਰਚ ਰਹੰਦਾ। ਇੱਕ ਪਰਮਾਤਮਾ ਸੱਜਣ ਨਾਲ ਤੇ ਸੱਚ ਏਵੇ ਲੱਖਾਂ ਵਰਗੀ ਤਾਕਤ ਮੈਂ ਚਲੋ ਵਰਤਾਂ, ਜਿਹਦੇ ਨਾਲ ਰੱਬ ਖਲੋ ਜਾਏ, ਸੱਚ ਏਵੇ ਉਹਦੇ ਸਮਾਨ ਹੋਰ ਕੋਈ ਤਾਕਤ ਨਹੀਂ। ਤੇ ਮਹਾਰਾਜ ਕਹਿੰਦੇ ਤੁਹਾਡੇ ਵਰਗੇ, ਤੇਰੇ ਵਰਗੇ ਅਨੇਕਾਂ ਰੱਬ ਦੇ ਦਰ ਤੇ ਮੰਗਤੇ ਖਲੋ ਕੇ ਮੰਗਦੇ ਆ। ਇਹਦਾ ਮਤਲਬ ਦਾਤਾ ਦੇਣ ਵਾਲਾ ਇੱਕ ਪਰਮਾਤਮਾ। ਥੋੜਾ ਜਿਹਾ ਇਹਨੂੰ ਬਾਣੀ ਚੋਂ ਆਪਾਂ ਦੇਖ ਲਈਏ, ਕਿਉਂਕਿ ਹਰ ਬੰਦਾ ਜ਼ਿਆਦਾਤਰ ਕਿਸੇ ਵੱਲ ਹੱਥ ਹੀ ਕਰਦਾ ਜੀ। ਤੇ ਸੱਚੀ ਮੁੱਚੀ ਜਿਸ ਬੰਦੇ ਨੂੰ ਮੰਗਣ ਦੀ ਆਦਤ ਪੈ ਜਾਏ ਨਾ, ਉਧਾਰ ਮੰਗਣ ਦੀ ਪੈ ਜਾਏ, ਸੱਚੀ ਮੁੱਚੀ ਉਹ ਘਰ ਹੁੰਦਿਆਂ ਵੀ ਉਧਾਰ ਮੰਗੀ ਜਾਂਦਾ। ਉਹ ਛੇਤੀ ਕਿਤੇ ਆਦਤ ਬੰਦੇ ਦੀ ਜਾਂਦੀ ਨਹੀਂ। ਰੱਬ ਵਰਗਾ ਕੋਈ ਦਾਤਾ ਨਹੀਂ। ਤੇ ਮੈਂ ਆਪ ਜੀ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਹਾਂ ਦਾਤਾ ਸ਼ਬਦ ਗੁਰਮੁਖ ਲਈ ਵੀ ਵਰਤ ਲਿਆ, ਗੁਰੂ ਲਈ ਵੀ ਵਰਤਿਆ, ਪਰਮਾਤਮਾ ਲਈ ਵਰਤਿਆ। ਸੱਚ ਇਹ ਵੇ ਕੋਈ ਬੰਦਾ ਵੀ ਕਿਸੇ ਨੂੰ ਕੁਝ ਦਿੰਦਾ, ਉਹ ਦਾਤਾ ਬਣ ਕੇ ਮੱਤ ਦੇ, ਕਿਉਂਕਿ ਰੱਬ ਦਾ ਸ਼ਰੀਕ ਕੋਈ ਹੋ ਹੀ ਨਹੀਂ ਸਕਦਾ। ਬਾਕੀ ਸਭ ਮੰਗਤੇ ਨੇ। ਫਰਕ ਇੰਨਾ ਕਿ ਤਕੜਾ ਬੰਦਾ ਚੰਗੇ ਪੈਸੇ ਲਾ ਕੇ, ਸੋਹਣਾ ਪ੍ਰਕਾਸ਼ ਕਰਕੇ, ਸੋਹਣੇ ਚੰਦੋਵੇ ਲਾ ਕੇ ਮੰਗਦਾ ਹੈ। ਮਾੜਾ ਬੰਦਾ ਵਿਚਾਰਾ ਥੋੜਾ ਜਿਹਾ ਕੱਲੀ ਅਰਦਾਸ ਕਰਾ ਜਾਂਦਾ। ਮੰਗਤੇ ਤੇ ਸਾਰੇ ਨੇ ਨਾ, ਭਿਖਾਰੀ ਤੋਂ ਲੈ ਕੇ ਬਾਦਸ਼ਾਹ ਤੱਕ ਸਾਰੇ ਮੰਗਦੇ ਪਏ। ਗੁਰੂ ਸਾਹਿਬ ਨੇ ਸ਼ਬਦ ਵਰਤਿਆ, ਜਗਤ ਭਿਖਾਰੀ ਫਿਰਤ ਹੈ। ਕਿੰਨੇ ਮੰਗਤੇ ਨੇ ਉਹਦੇ ਦਰ ਤੇ? ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ। ਦੱਦਾ ਦਾਤਾ ਏਕ ਹੈ, ਪਤਾ ਨਹੀਂ ਕਿੰਨੇ ਨੂੰ ਕੋਈ ਜਿੱਤੀ ਪਿੰਨਣੇ ਦਰ ਕੇਤੜੇ, ਕਿੰਨੇ ਤੇਰੇ ਬੂਹੇ ਤੇ ਖਲੋ ਕੇ ਮੰਗਦੇ ਪਏ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਦਿੰਦੇ ਟੋਟ ਨਾ ਆਵੀ ਅਗੰਤ ਭਰੇ ਭੰਡਾਰ। ਮਾਨੋ ਕੀ ਟੇਕ ਬਿਰਤੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਸਿਰਫ ਰੱਬ ਹੈ ਜਿਹੜਾ ਸਭ ਨੂੰ ਰਿਜ਼ਕ ਦੇ ਦਿਆ, ਤਾਕਤ ਵਾਲਾ ਕੀ ਦੂਜਾ ਕੀ, ਬਾਕੀ ਸਭ ਮੰਗਤੇ ਨੇ। ਮੰਗੂ ਕਾਹੇ ਰੰਗ ਸਭ ਦੇਖੂੰ, ਤੁਮ ਹੀ ਤੇ ਮੇਰੋ ਨਸਤਾਰ। ਮਹਾਰਾਜ ਜੀ ਬਗਦਾਦ ਗਏ। ਚਲੋ ਪਰਸੋਂ ਭਾਈ ਸਾਹਿਬ ਨੇ ਕਿਹਾ ਆਪਾਂ ਲੜੀ ਸ਼ੁਰੂ ਕਰਾਂਗੇ, ਯਤਨ ਕਰਾਂਗੇ ਘੰਟਾ ਰੋਜ਼ ਸਿਰਫ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਹੀ ਜੀ ਕੁਝ ਬਾਣੀ। ਮੈਂ ਬਗਦਾਦ ਦਾ ਜ਼ਿਕਰ ਕੀਤਾ। ਇੱਕ ਵਾਰ ਆਪ ਜੀ ਨੂੰ ਕਿਹਾ ਕਿ ਅਸਲ 'ਚ ਮਹਾਰਾਜ ਜਦੋਂ ਬਗਦਾਦ ਗਏ, ਬਗਦਾਦ ਸ਼ਹਿਰ ਇਰਾਕ ਦੀ ਕੈਪੀਟਲ ਹੈ। ਉਂਝ ਵੈਸੇ ਮੈਂ ਕਹਿੰਦਾ ਇਸ ਬਗਦਾਦ 'ਚ ਕਿੰਨੀ ਸੋਹਣੀ ਰੌਣਕ ਹੋਵੇਗੀ। ਇਸਲਾਮਿਕ ਕੋਸ਼ ਮੁਤਾਬਕ, ਇਨਸਾਈਕਲੋਪੀਡੀਆ ਆਫ ਇਸਲਾਮ ਮੁਤਾਬਕ ਬਗਦਾਦ ਦਾ ਅਰਥ ਹੈ ਰੱਬ ਦਾ ਦਿੱਤਾ ਹੋਇਆ ਕੀਮਤੀ ਤੋਹਫਾ। ਪਰਮਾਤਮਾ ਨੇ, ਖੁਦਾ ਨੇ ਜੋ ਤੋਹਫਾ ਦਿੱਤਾ। ਮਹਾਰਾਜ ਗਏ ਤੇ ਇੱਕ ਦਿਨ ਮੈਂ ਆਪ ਜੀ ਨੂੰ ਇਹ ਵੀ ਅਰਜ਼ ਕੀਤੀ ਸੀ, ਸਾਡੀ ਇੱਕ ਕਿਤਾਬ ਇਹ ਛੋਟੀ ਜਿਹੀ ਕਦੀ ਪੜ੍ਹਨ ਦਾ ਮੌਕਾ ਮਿਲਾ, ਗੁਰੂ ਨਾਨਕ ਦੀ ਬਗਦਾਦ ਫੇਰੀ। ਇਹ ਲਿਖੀ ਹੈ ਸਾਡੇ ਸ਼ਹੀਦ ਪ੍ਰਿਥੀਪਾਲ ਸਿੰਘ ਕਥਾਵਾਚਕ ਹੋਏ ਨੇ ਉਹਨਾਂ ਨੇ। ਉਹਦੇ ਵਿੱਚ ਤਾਂ ਰੁਕਨਦੀਨ ਦੇ ਸੈਂਕੜੇ ਸਵਾਲ ਨੇ। ਜਿਹੜੀ ਬੇਨਤੀ ਮੈਂ ਆਪ ਨੂੰ ਕਰਨ ਲੱਗਾ, ਇੱਕ ਕਿਤਾਬ, ਮੈਂ ਕਿਤਾਬਾਂ ਦਾ ਇਸ਼ਾਰਾ ਤਾਂ ਕਰ ਜਾਣਾ ਵੀ ਕਿਤੇ ਮਨ 'ਚ ਬਲਬਲਾ ਉੱਠੇ ਕਿ ਫੇਸਬੁੱਕ ਤੋਂ ਖਹਿੜਾ ਛੱਡ ਕੇ ਪੜ੍ਹ ਹੀ ਲਈਏ। ਇੱਕ ਕਿਤਾਬ ਹੈ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦੀ, ਚੁੱਪ ਪ੍ਰੀਤ ਦਾ ਸ਼ਹਿਨਸ਼ਾਹ ਵਪਾਰੀ। ਇਕਾਂਤ ਵਿੱਚ ਬਹਿ ਕੇ ਪੜ੍ਹਨ ਵਾਲੀ ਹੈ। ਗੁਰੂ ਨਾਨਕ ਸਾਹਿਬ ਜਦੋਂ ਗਏ ਆ ਤੇ ਹਜ਼ੂਰ ਦੇ ਚਰਨਾਂ ਵਿੱਚ ਇੱਕ ਫਕੀਰ ਰੋਜ਼ ਕੀਰਤਨ ਸੁਣਦਾ ਸੀ। ਉਸ ਦਾ ਨਾਮ ਬਹਿਲੋਲ ਸੀ। ਜਿਹੜੀ ਉੱਥੇ ਸਿੱਲ ਲੱਗੀ ਹੈ, ਡਾਕਟਰ ਕਿਰਪਾਲ ਸਿੰਘ ਉਹਨਾਂ ਨੇ, ਅਜੇ ਜਿਉਂਦੇ ਨੇ, ਉਹ ਬਜ਼ੁਰਗ ਬਹੁਤ ਹੋ ਗਏ, ਬਿਰਧ ਨੇ, ਉਹਨਾਂ ਨੇ ਜਨਮ ਸਾਖੀ ਪਰੰਪਰਾ ਤੇ ਕਿਤਾਬ ਲਿਖੀ। ਉਹਦੇ ਵਿੱਚ ਉਹਨਾਂ ਨੇ ਬਗਦਾਦ ਦਾ ਜ਼ਿਕਰ ਕਰਦਿਆਂ ਇੱਕ ਕਿਤਾਬ ਦਾ ਜ਼ਿਕਰ ਕੀਤਾ, ਦਾ ਸਨੋ ਬਰਡਸ। ਕਹਿੰਦੇ ਨੇ ਉੱਥੇ ਜਿਹੜੀ ਸਿਲਾ ਲੱਗੀ ਹੈ, ਉਹਦੇ ਮੁਤਾਬਕ ਗੁਰੂ ਨਾਨਕ ਸਾਹਿਬ ਤੋਂ ਛੂਹ ਲੈ ਕੇ 60 ਸਰਦੀਆਂ ਬਹਿਲੋਲ ਉੱਥੇ ਥਾਂ ਤੇ ਬੈਠਾ ਰਿਹਾ ਹੈ।
60 ਸਰਦੀਆਂ ਦਾ ਮਤਲਬ ਹੋ ਗਿਆ 60 ਸਾਲ। ਇਹਨਾਂ ਟਿਕ ਗਿਆ। ਉਸ ਬਾਰੇ ਕਿਹਾ ਜਾਂਦਾ ਨੇਤਰ ਨਹੀਂ ਸੀ ਖੋਲਦਾ। ਜਦੋਂ ਕਿਤੇ ਨੇਤਰ ਖੋਲ ਕੇ ਕਿਸੇ ਤੇ ਦ੍ਰਿਸ਼ਟੀ ਪੈਂਦੀ ਸੀ, ਇਹਨੂੰ ਜਾਦੂ ਦੀ ਖੇਡ ਨਾ ਸਮਝਿਓ। ਨਾਮ 'ਚ ਇੰਨੀ ਵੱਡੀ ਤਾਕਤ ਹੈ, ਜਿਸ ਨੂੰ ਨਦਰ ਭਰ ਕੇ ਦੇਖਦਾ ਸੀ ਉਹ ਕੰਬ ਉੱਠਦਾ ਸੀ। ਫਕੀਰ ਸੀ, ਲੋਕ ਆਉਂਦੇ ਸਨ ਬੈਠੇ ਰਹਿਣਾ। ਇੱਕ ਵਾਰੀ ਉਹਦੇ ਕੋਲ ਹਾਕਮ ਆਇਆ ਉੱਥੋਂ ਦਾ। ਮੈਂ ਬੇਨਤੀ ਕਰ ਰਿਹਾ ਕਿ ਅੱਲਾ ਦਾ ਫਕੀਰ, ਰੱਬ ਦਾ ਸੰਤ ਬੰਦੇ ਦੀ ਮੁਤਾਜੀ ਨਹੀਂ ਕੱਟਦਾ। ਉਹਨੇ ਆ ਕੇ ਸ਼ਬਦ ਕਿਹਾ, ਜੀ ਕੁਛ ਮੰਗੋ, ਮੈਂ ਕੁਛ ਦੇਣਾ ਚਾਹਨਾ। ਸਿਰਫ ਨਾਤਰ ਨੇਤਰ ਖੋਲੇ, ਉਹ ਬੰਦਾ ਕੰਬ ਗਿਆ, ਪੈਰਾਂ ਥੱਲੋਂ ਨਿਕਲ ਗਈ ਜ਼ਮੀਨ। ਕਹਿਣ ਲੱਗੇ ਬਸ ਇੱਕੋ ਗੱਲ ਮੰਗਣਾ, ਸਮਾਂ ਬੜਾ ਕੀਮਤੀ, ਵਕਤ ਬੜਾ ਕੀਮਤੀ ਹੈ, ਨਾ ਆਪਣਾ ਖਰਾਬ ਕਰ ਤੇ ਨਾ ਮੇਰਾ ਕਰ। ਚਲਾ ਗਿਆ ਤੇ ਜਦੋਂ ਬੈਠਾ ਸੀ ਲੱਤਾਂ ਪਸਾਰ ਕੇ, ਜੀ ਸਿੱਧੀਆਂ ਲੱਤਾਂ। ਤੇ ਮਗਰੋਂ ਚੇਲਿਆਂ ਨੇ ਕਹਿ ਦਿੱਤਾ ਵੀ ਤੁਸੀਂ ਬੋਲੇ ਕਿਵੇਂ ਉਹਨੂੰ? ਕਹਿਣ ਲੱਗੇ ਫਿਰ ਕੀ ਕਰਦਾ ਉਹ ਕੀ ਕਹਿਣ ਆਇਆ? ਕਹਿਣ ਲੱਗੇ ਜਿੱਥੇ ਬੈਠੇ ਹੋ ਉੱਤੋਂ ਛੱਤ ਡਿੱਗਦੀ ਪਈ ਏ, ਇਹੀ ਮੰਗ ਲੈਂਦੇ, ਛੱਤ ਨਵੀਂ ਪਾ ਜਾਂਦਾ। ਕਹਿਣ ਲੱਗੇ ਜਦੋਂ ਆਇਆ ਤੇ ਮੈਂ ਬੈਠਾ ਕਿਵੇਂ ਸੀ? ਕਹਿਣ ਲੱਗੇ ਲੱਤਾਂ ਪਸਾਰ ਕੇ। ਕਹਿਣ ਲੱਗੇ ਜਦੋਂ ਹੱਥ ਪਸਾਰਨੇ ਸ਼ੁਰੂ ਕਰਦੀ ਫਿਰ ਲੱਤਾਂ ਪਸਾਰਨੀਆਂ ਬੰਦ ਹੋ ਜਾਂਦੀਆਂ। ਹੱਥ ਨਹੀਂ ਪਸਾਰਿਆ ਤਾਂ ਹੀ ਲੱਤਾਂ ਪਸਾਰੀਆਂ। ਜੇ ਹੱਥ ਪਸਾਰਿਆ ਹੁੰਦਾ ਤੇ ਮੈਨੂੰ ਤੁਰ ਕੇ ਜਾਣਾ ਪੈਣਾ ਜੀ ਜੀ ਆਇਆਂ ਕਹਿਣ ਲਈ। ਨਹੀਂ, ਕਹਿੰਦਾ ਜਿਹਦੀ ਇਬਾਦਤ 'ਚ ਬੈਠਾ ਆਪੇ ਦੇ ਦੇਗਾ। ਮੇਰੇ ਗੁਰੂ ਗੋਬਿੰਦ ਸਿੰਘ ਦਾ ਇੱਕ ਸਵਈਆ ਤੁਸੀਂ ਰੋਜ਼ ਪੜ੍ਹਦੇ ਹੋ, ਕਿੰਨੇ ਉਹਦੇ ਦਰ ਦੇ ਮੰਗਤੇ ਨੇ। ਵੀਰ ਅਪਾਰ ਬੜੇ ਬਰਿਆਰ ਅਵਿਚਾਰ ਹੈ, ਸਾਰ ਕੀ ਧਾਰ ਪਸ਼ਈਆ, ਤੋਰਤ ਦੇਸ਼ ਮਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜ ਨਗਾਰ, ਸੋ ਬਾਤਨ ਹੀ ਚੱਕ ਚਾਰ ਲਵਈਆ। ਉਹ ਸੂਰਮੇ ਜਿਹੜਾ ਬਿਨਾਂ ਵਿਚਾਰਨ ਤੋਂ ਗੋਲੀ ਸਾਹਮਣੇ, ਬੰਦੂਕ ਸਾਹਮਣੇ, ਨੇਜੇ ਸਾਹਮਣੇ, ਇੱਕ ਲਲਕਾਰਾ ਫੁੰਕਾਰਾ ਮਾਰਨ ਤੇ ਆਕਾਸ਼ ਗੂੰਜ ਉੱਠੇ। ਪਰ ਸਤਿਗੁਰੂ ਕਹਿੰਦੇ ਆ ਯਾਦ ਰੱਖਿਓ, ਏਡੇ ਏਡੇ ਵੱਡੇ ਬੰਦੇ ਮੈਂ ਰੱਬ ਦੇ ਦਰ ਤੇ ਮੰਗਤੇ ਦੇਖੇ ਆ। ਵੀਰ ਅਪਾਰ ਬੜੇ ਬਰਿਆਰ ਅਬ ਚਾਰੈ ਸਾਰ ਕੀ ਧਾਰ ਪਸ਼ਈਆ, ਤੋਰਤ ਦੇਸ਼ ਮਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜ ਨਖਾਰ, ਸੋ ਬਾਤਨ ਹੀ ਚਕਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰਨਾਇਕ, ਜਾਚਕ ਅਨੇਕ। ਯਾਦ ਰੱਖਿਓ, ਪਿੰਨਣੇ ਦੜ ਕਿਤੜੇ, ਕਿੰਨੇ ਮੰਗਤੇ ਨੇ ਜੀ? ਜਾਚਕ ਅਨੇਕ ਸੋ ਏਕ ਦਵਈਆ। ਦੇਣ ਵਾਲਾ ਦਾਤਾ। ਇੱਥੇ ਮਹਾਰਾਜ ਕਹਿੰਦੇ ਨੇ ਇੱਕ ਪਰਮਾਤਮਾ ਨਾਲ ਤੇ ਲੱਖਾਂ ਨਾਲ ਸਮਝੋ ਤੇ ਇਹ ਉਸ ਪਰਮਾਤਮਾ ਦੇ ਦਰ ਤੇ ਤੇਰੇ ਵਰਗੇ ਨੇਕਾਂ ਮੰਗਤੇ ਨੇ ਮੰਗਣ ਵਾਲੇ। ਪਰ ਨਾਲ ਕਿਹਾ ਬਾਹਮਣ, ਇੱਥੇ ਬਾਹਮਣ ਹੀ ਲਿਖਿਆ ਮਹਾਰਾਜ ਨੇ, ਆਪਾਂ ਅਰਥ ਬ੍ਰਾਹਮਣ ਕਰ ਦਿਆਂਗੇ। ਚਲੋ, ਬਾਹਮਣ ਬਿਰਥਾ ਗਇਓ ਜਨਮ, ਤੇਰਾ ਜਨਮ ਬਿਰਥ ਚਲਾ ਗਈ, ਤੂੰ ਦਰ ਦਰ ਤੇ ਮੰਗੀ ਜਾਣਾ, ਬਿਰਥਾ ਜਨਮ ਚਲਾ ਗਈ। ਜਿਨ ਕੀਤੋ, ਜਿਨੇ ਤੈਨੂੰ ਕੀਤਾ, ਜਿਨੇ ਤੈਨੂੰ ਬਣਾਇਆ, ਸੋ ਵਿਸਰੇ, ਜਿਨੇ ਤੈਨੂੰ ਬਣਾਇਆ ਤੈਨੂੰ ਉਹੀ ਭੁੱਲ ਗਿਆ, ਜਨਮ ਬਿਰਥ ਚਲਾ ਗਿਆ। ਜਿਨੇ ਬਣਾਇਆ ਉਹਨੂੰ ਯਾਦ ਕਰ। ਇਸ ਪਾਣੀ ਤੇ ਜਿਨ ਤੂੰ ਘਰਿਆ, ਮਾਟੀ ਕਾਲੇ ਦਿਉਰਾ ਕਰਿਆ, ਉਕਤ ਜੋਤ ਲੈ, ਉਹਨੇ ਤੇਰੇ ਅੰਦਰ ਜੋਤ ਜਗਾ ਦਿੱਤੀ। ਜਾਂ ਇਹ ਸਰੀਰਾ ਮੇਰਿਆ ਖਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਮਹਾਰਾਜ ਸ਼ਬਦ ਵਰਤ ਰਿਹਾ ਭਾਈ ਕਿ ਇੱਕ ਪਰਮਾਤਮਾ ਨਾਲ ਲੱਖਾਂ ਨਾਲ ਤੇਰੇ ਵਰਗੇ ਅਨੇਕਾਂ ਜਿਹੜੇ ਨੇ ਉਹਦੇ ਦਰ ਤੇ ਮੰਗਤੇ ਨੇ। ਅਖੀਰਲਾ ਜਿਹੜਾ ਬਚਨ ਤੀਸਰਾ ਹੈ, ਸੋਰਠ ਸੋਰਸ ਪੀਜੀਏ, ਸੋਰਠ ਰਾਗ ਰਾਹੀਂ। ਇਹਦਾ ਆਪਾਂ ਰਾਗ ਕਰਾਂਗੇ। ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਇਹਨੂੰ ਵੀ ਇਗਨੋਰ ਕੀਤਾ, ਸੋਰਠ ਸ਼ਬਦ ਨੂੰ। ਜੇ ਕਹਿ ਦਿੱਤਾ ਸੋਰਠ ਰਾਗ, ਪਰ ਅਰਥਾਂ 'ਚ ਨਹੀਂ ਲਿਆ ਫਿਰ ਇਹਨੂੰ। ਸੋਰਠ ਸੋ ਰਸ ਪੀਜੀਏ, ਸੋਰਠ ਰਾਗ ਰਾਹੀਂ ਉਹ ਨਾਮ ਰਸ ਪੀ, ਕਬਹੂ ਨਾ ਫੀਕਾ ਹੋਏ। ਜਿਸ ਨਾਮ ਰਸ ਨੇ ਕਦੀ ਫਿੱਕੇ ਨਹੀਂ ਹੋਣਾ, ਜਿਹਦਾ ਕਦੀ ਰਸ ਨਹੀਂ ਮੁੱਕਣਾ, ਉਸ ਰਸ ਨੂੰ ਚੱਖ। ਨਾਨਕ ਰਾਮ ਨਾਮ ਗੁਣ ਗਾਈਐ, ਉਸ ਪ੍ਰਭੂ ਦੇ ਗੁਣਾਂ ਨੂੰ ਗਾਇਨ ਕਰ, ਉਹਦੇ ਨਾਮ ਨੂੰ ਗਾ। ਦਰਗਾਹ ਨਿਰਮਲ ਸੋਏ, ਦਰਗਾਹ ਦਾ ਅਰਥ ਉਹਦੀ ਹਜ਼ੂਰੀ, ਦਰਗਾਹ ਵਿੱਚ। ਦਰਗਾਹ ਵਿੱਚ ਸ਼ਬਦ ਵਰਤ ਲਓ। ਚਲੋ, ਨਿਰਮਲ ਦਾ ਅਰਥ ਹੈ ਮੈਲ ਰੋਤ, ਸੋਏ ਦਾ ਅਰਥ ਹੈ ਸ਼ੋਭਾ। ਜੇ ਤੂੰ ਉਹਦੇ ਗੁਣ ਗਾਏਗਾ, ਸੱਚ ਐਵੇਂ ਪਰਮਾਤਮਾ ਦੀ ਦਰਗਾਹ ਵਿੱਚ ਵੀ ਤੇਰੀ ਸ਼ੋਭਾ, ਤੇਰੀ ਜੈ ਜੈਕਾਰ ਹੋਏਗੀ। ਇਹਦਾ ਮਤਲਬ ਕਿ ਜੇ ਸੋਰਠ ਗਾਣਾ ਹੈ,
जो राग गाना ये अज का जो महाराज इशारा किया उज वैसे राग की बड़ी महानता है। कीर्तनीय गुरसिख बैठे ये राग तो एक भांडा है जी, सुर तो भांडा है, भावें गज़ल पा दो, भावें गीत पा लियो, भावें गंदवंद पा दो, तो भावें उन्होंने 7 सुरां दे विच आसा की वार पा दो, वह भांडा है, जो मर्जी पाओ। भांडे का कसूर की जी? बाबा जी ने इसे करके मैं कई बारी कहना चिक्कड़ चो कला कटोरा नहीं कढ़िया, वो कुछ भी चिक्कड़ चो कढ़ दिता जिहड़ा है बड़ा चंगा सी, लोकी वरतों गलत करते सन। राग महाराज ने मारू भी क्या, सोरठ भी क्या, कहते सोरठ राग आ उस रस नूं पी जिहड़ा कदी फिक्का नहीं हुंदा। वो रस किहड़ा है? वो रस है नाम दा। उन्होंने बाबा जी ने कहा राह राह रस निरस कर जानिया होए निरस, सो रस पहचानिया ये रस छाडे ओ रस आवा, ओ रस पिया ये रस नहीं पावा। हर रस पीवत सद, महाराज ने शब्द वरत्या सद ही राता, हमेशा ही नाम दे रस विच कदी फिक्का ही नहीं हुंदा। नानक चाख भय बिस्माद, नानक गुरते आया साध, ईत ऊत कर छोड़ न जाए, नानक गीदा हर रस माए। हजूर कहते ने सोरठ सो रस पीजिए कबू ना फीका होए, कदी ये नाम रस फिक्का नहीं हुंदा। ते परमात्मा दे गुण गा, रब दी दरगाह विच इज्जत नाम करके मिलनी है। जिन हर मन वसिया से दर साचे, दर साचे सचियारा, उन्हां दी शोभा जुग जुग होई, कोई ना मेटन खारा। महाराज ने शब्द वरत्या कि चलिया पत स्यो जन्म सवार, निर्मल शोभा है। चलिया पत स्यो जन्म सवार, वाजा वाए सी मानस क्या विचारा, त्यों लोग सुनाए सी। इसे शब्द नूं इस नूं कल मैं फिर अगे लैके जावांगा जी। रस उंज हर बंदा अज असुन प्रेम उमाड़ा क्यों मिली है हर जाए, मन तन प्यास दर्शन कनी कोई आन मिलावे माए। प्यारिओ ये बस एक उमा ही है कि नाम दा रस वाहिगुरू जी जेड़े चखते ने वो कहते ने जिस दिन वो रस आ जाएगा उस दिन हर रस फिक्का हो जाएगा, दुनिया का रस हर फिक्का होएगा। आओ सतगुरु कृपा करन, अज ज़्यादा जोर मैं इस गल ते दिता है बाणी नाम। जे अंदर दी वासना तो मुक्ति किसे दवानी है तो सिर्फ रब दे प्रेम ने दवानी है, होर कोई तरीका नहीं जी। होर हट है बंदा इंद्रियां दा हट करदा नाल बीमार हो जाता, डॉक्टर कहता तेनों प्रॉब्लम खड़ी हो गई कोई। पर जदों वही एनर्जी साचे नाम सिमरन वाले पासे ला दिंदा है, बंदगी वाले पासे, चोर भी रात नूं जागदा है ते साध भी रात नूं जागदा है। चेते रखियो पब्बां क्लब्बां विच नच्चण वाले भी रात नूं जागदे आ, बंदगी करन वाला भी रात नूं जागदा है। वो रात नूं जाग के सवेरे सब कुछ गवा के मुरझाए चेहरे रहिंदे आ, साधु रात नूं जाग के सवेरे फुੱਲ ਦੀ तरह खिड़िया होया दिसदा है। ये बेनती कल नूं करांगा जी। रस ते अगला जिहड़ा बचन है उहनूं भी नाल विचार लांगा। इन्नियां कोई बेनतियां स्वीकार करियो। आप संगत दा बहुत बहुत धन्नवाद जी। आप असीस बख्शियो। सतगुरु आप टिका ते रस